वाहिगुरु जी का खालसा वाहिगुरु जी की फतेह। गुरु दर ते हाजिर। गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठे सब दुख जाए, इन्हां अजमतां वडियाइयां दे मालिक गुरु हरकृष्ण साहब महाराज जी दे पवित्र चरण छूह प्राप्त इतिहासक अस्थान गुरुद्वारा बंगला साहब जी की यात्रा करते हाँ। जुगो जुग अटल छतर चवर तखत दे मालिक धन धन श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो, रसना पवित्र कर दे एक बार, सारे उच्चारण करो जी सतनाम वाहे गुरु जी। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है। प्रसंग है मक्के वाली साखी का। गुरु नानक देव पिता महाराज मक्के पहुंचे ने। मक्के दे अंदर जो इस्लाम मत का जो धर्म स्थान है जिसनों वो काबा शरीफ कहते ने, ये बिल्कुल इस तरह है जिमें साडा श्री अमृतसर है। ये ठीक है कि अमृतसर का नाम हरमंदर साहब तो बने है, क्योंकि जिथे हरमंदर साहब है इत्थे पहला सरोवर बनिया सी। उस गुरु रामदास महाराज दे बख्शे हुए सरोवर नूं अमृत सरोवर कह के बोलिया जांदा सी। अज भी जे तुसी इस तरह बोलो अमृत भाव वो जल जिहड़ा उहदे विच भरिया होया है, सर उहदी जिहड़ी पूरी बनावट है उन्होंने आपां जिन्हों सरोवर कहने आ। सर कह दिओ, तलाब कह दिओ, सरोवर कह दिओ, अर्थ इक्को ही है। अमृत सरोवर तो अमृतसर की नगरी बनी है। अज की तरीक विच नगरी वखरी है। श्री हरमंदर साहब श्री दरबार साहब का सरोवर वखरा है। अमृतसर एक सिटी बन चुका है, शहर बन चुका है, जिथे बहुत सारे वणज व्यापार होंदे ने, बड़ी सारी आबादी है, बड़े सारे लोग रहिंदे ने। इसी तरह मक्का सिटी का नाम है, शहर का। जिहड़ा काबा शरीफ है ये उहदे विच एक वो थां है जिथे मुसलमान लोग हज करन जांदे ने, हाजी बन के।
ਜਿੱਥੇ ਉਹ ਯਾਤਰਾ ਕਰਨ ਜਾਂਦੇ ਨੇ, ਜਿੱਥੇ ਇੱਕ ਰੱਖੇ ਹੋਏ ਕਾਲੇ ਰੰਗ ਦੇ ਪੱਥਰ ਨੂੰ ਉਹ ਜਾ ਕੇ ਚੁੰਮਦੇ ਨੇ, ਉਹਨੂੰ ਸੰਗੇ ਅਸਤ ਵੀ ਕਹਿੰਦੇ ਨੇ। ਹੈ ਇੱਕ ਪੱਥਰ ਹੈ। ਔਰ ਜੇ ਉਹਦੀ ਹੋਰ ਪਿਛਲੀ ਕਥਾ ਵਿੱਚ ਜਾਈਏ ਤਾਂ ਇਹ ਮੰਨਿਆ ਜਾਂਦਾ ਕਿ ਉਹ ਅਸਲ ਵਿੱਚ ਜਿਹੜੇ 12 ਸ਼ਿਵਲਿੰਗ ਸਨਾਤਨ ਮਤ ਵਿੱਚ ਮੰਨੇ ਗਏ ਨੇ ਉਹਨਾਂ ਵਿੱਚੋਂ ਇੱਕ ਹੈ। ਹੁਣ ਇਹ ਕਿੰਨਾ ਸੱਚ ਹੈ, ਇਹ ਤਾਂ ਜਿਹੜੇ ਇਤਿਹਾਸ ਦੇ ਹਿਸਟਰੀ ਦੇ ਜਿਹੜੇ ਵਿਦਿਆਰਥੀ ਨੇ ਉਹੀ ਇਹਦੇ ਬਾਰੇ ਬਹੁਤਾ ਕੁਝ ਕਹਿ ਸਕਦੇ ਨੇ, ਪਰ ਜੋ ਸਾਖੀ ਹੈ ਉਹ ਅੱਜ ਆਪਾਂ ਸਾਰਿਆਂ ਨੇ ਸਰਵਣ ਕਰਨੀ ਹੈ। ਜਦੋਂ ਸਤਿਗੁਰੂ ਉੱਥੇ ਗਏ ਤੇ ਸਤਿਗੁਰੂ ਕਹਿਣ ਲੱਗੇ, ਮਰਦਾਨਿਆਂ ਰਬਾਬ ਵਜਾ, ਕਾਈ ਸਿਫਤ ਨਿਰੰਕਾਰ ਦੀ ਕਰੀਏ। ਉੱਥੇ ਬਸੰਤ ਹੰਡੋਲ ਦਾ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸ਼ਬਦ ਗਾਇਨ ਕੀਤਾ ਹੈ। 9 7 14 3 4 ਕਰ ਮਹਿਲਤ 4 ਬਹਾਲੀ, ਚਾਰੇ ਦੀਵੇ 4 ਹੱਥ ਦੀਏ, ਏਕਾ ਏਕੀ ਵਾਰੀ, ਮਿਹਰਵਾਨ ਮਧਸੂਦਨ ਮਾਧੋ ਐਸੀ ਸ਼ਕਤ ਤੁਮਾਰੀ। ਇਹ ਪੂਰਾ ਸ਼ਬਦ ਆਪਾਂ ਨੇ ਕੱਲ ਸੁਣਿਆ ਸੀ। ਫਿਰ ਇਹਦੇ ਆਪਾਂ ਅਰਥ ਸੁਣ ਰਹੇ ਸਾਂ ਕਿ ਕਥਾ ਦਾ ਸਮਾਂ ਸਮਾਪਤ ਹੋ ਗਿਆ। ਅੱਗੇ ਹੁਣ ਆਪ ਜੀ ਇਹ ਕਥਾ ਬੜੇ ਪਿਆਰ ਦੇ ਨਾਲ ਸਰਵਣ ਕਰੋ। ਹਾਂਜੀ। ਨਿਰੰਕਾਰ ਕਰਤਾਰ ਅਬ ਹਵੈ ਬੈਠਿਓ ਇਸ ਅੰਗ। ਨਿਰੰਕਾਰ ਕਰਤਾਰ ਅਬ ਹਵੈ ਬੈਠਿਓ ਇਸ ਅੰਗ। ਹੁਣ ਜਦੋਂ ਪਰਮਾਤਮਾ ਵੱਲ ਹੋ ਕੇ ਬਹਿ ਗਿਆ, ਐਸੀ ਕੁਦਰਤ ਕਿਸ ਵਿਖੈ ਕਰ ਹਟਾਏ ਤੁਮ ਸੰਗ। ਬੰਦਿਆ, ਇਹ ਇਸ ਕੁਦਰਤ ਦੇ ਵਿੱਚ ਕੌਣ ਮਹਾਬਲੀ ਹੈ ਕਿ ਜਿਹਦੇ ਵੱਲ ਰੱਬ ਹੋਵੇ ਉਹਨੂੰ ਕੋਈ ਹਟਾ ਸਕੇ। ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ। ਇੱਕ ਪਾਸੇ ਤੁਹਾਡੇ ਕੋਲ ਗੁਰੂ ਹੋਵੇ ਤੇ ਸਾਹਮਣੇ ਤੁਹਾਡੇ ਵਿਰੋਧ ਵਿੱਚ ਲੱਖਾਂ ਬਾਹਾਂ ਵਾਲੇ ਲੋਕ ਆਪਣੀ ਬਾਹਾਂ ਦੀ ਤਾਕਤ ਵਿਖਾਉਣ ਵਾਸਤੇ, ਜਿਹਨੂੰ ਬਾਹੂਬਲੀ ਕਹਿੰਦੇ ਆ ਆਪਾਂ, ਉਹ ਕੀ ਕਰ ਸਕਦੇ ਨੇ? ਕੁਝ ਵੀ ਨਹੀਂ। ਇਹ ਜ਼ਰੂਰ ਚੇਤਾ ਰੱਖਣਾ ਕਿ ਗੁਰੂ ਤੇ ਰੱਬ ਦੀ ਸ਼ਕਤੀ ਵੱਡੀ ਹੈ। ਧਰਮ ਦਾ ਇੱਕ ਨੁਕਤਾ ਜਿਹੜਾ ਹੈ ਨਾ, ਕਿ ਜੇ ਧਰਮ ਨੂੰ ਮੰਨਣਾ ਹੈ ਤਾਂ ਫਿਰ ਵੱਡਾ ਵੀ ਧਰਮ ਨੂੰ ਮੰਨਣਾ ਹੈ, ਸ਼ਕਤੀਸ਼ਾਲੀ ਵੀ ਧਰਮ ਨੂੰ ਮੰਨਣਾ ਹੈ ਤੇ ਦਾਤਾ ਵੀ ਧਰਮ ਨੂੰ ਮੰਨਣਾ ਹੈ। ਫਿਰ ਇਹਦੇ ਅਰਥ ਇਹ ਨਹੀਂ ਹੈ ਕਿ ਕਹੀਏ ਜੀ ਅਸੀਂ ਧਰਮ ਨੂੰ ਮੰਨਦੇ ਹਾਂ ਤੇ ਫਿਰ ਵਿਸ਼ਵਾਸ ਜਿਹੜਾ ਸਾਡਾ ਹੈ ਉਹ ਉਹਨਾਂ ਚੀਜ਼ਾਂ ਤੇ ਚਲਾ ਜਾਏ ਜਿਨ੍ਹਾਂ ਨੂੰ ਅਸੀਂ ਤਾਂਤਰਿਕ ਵਿਦਿਆ ਕਹਿੰਦੇ ਆ। ਐਵੇਂ ਨਾਟਕਾਂ ਚੇਟਕਾਂ ਤੇ ਤੁਸੀਂ ਭਰੋਸਾ ਕਰੋ ਫਿਰ ਤਾਂ ਬੜੀ ਮਾੜੀ ਗੱਲ ਹੈ ਭਾਈ। ਤੁਸੀਂ ਸਿੱਖ ਹੋ ਕੇ ਕੁੰਡਲੀਆਂ ਮਿਲਾਓ, ਸਿੱਖ ਹੋ ਕੇ ਤੁਸੀਂ ਜਨਮ ਪੱਤਰੀਆਂ ਲਿਖਵਾਓ, ਸਿੱਖ ਹੋ ਕੇ ਤੁਸੀਂ ਕੋਈ ਪੱਥਰ ਪਾਓ, ਸਿੱਖ ਹੋ ਕੇ ਕੋਈ ਤੁਸੀਂ ਧਾਗਾ ਤਵੀਤ ਬੰਨੋ, ਇਹ ਸਾਰੀਆਂ ਗੱਲਾਂ ਬੇਮਾਇਨਾ ਨੇ। ਇਹਨਾਂ ਸਾਰੀਆਂ ਗੱਲਾਂ ਦਾ ਕੋਈ ਅਰਥ ਨਹੀਂ ਹੈ ਜੇ ਤੁਸੀਂ ਸੱਚੀ ਮੁੱਚੀ ਰੱਬ ਨੂੰ ਮੰਨਦੇ ਹੋ ਤਾਂ ਜੇ ਇਹ ਵੀ ਤੁਸੀਂ ਰੱਬ ਨੂੰ ਨਹੀਂ ਮੰਨਦੇ ਤੇ ਫਿਰ ਮੇਰੀ ਬੇਨਤੀ ਚੇਤਾ ਰੱਖਣਾ, ਫਿਰ ਇਹ ਸਾਰੀਆਂ ਚੀਜ਼ਾਂ ਲਾਗੂ ਹੋਣਗੀਆਂ ਤੁਹਾਡੇ ਤੇ।
फिर तू विसरै ता सब को लागू, चीत आवे ता सेवा। फिर ਜਿਹੜੀ भी चीज़ तुसी मनते हो वो समझ लो भी तुहाडे ते लागू हो जाएगी। फिर तुहानू नज़र भी लगेगी, फिर तुहानू ये भी होएगा वो भी होएगा। जो अंधविश्वास की दुनिया च मन्निया जाता है सारा कुछ तुहाडे ते लागू हो जाएगा। पर जे गुरु तुहाडे वाल है तुहाडा कोई वाल भी विंगा नहीं कर सकता। शब्द असी ये पढ़ते हैं कि जिसदा साहिब डाढ़ा होए तिसनू मार ना सके कोई। ना वो मरे ना ठागे जाहे, जिनके राम वसै मन माहे। मैं ना रोज हुण भी 3 बारी इशारा किया भी आवाज़ घटा दो। जिन्हां दे हिरदे विच परमात्मा वस जाता है ना वो मरदे ने ना ही वो ठगे जा सकते ने। ये चीज़ संभव ही नहीं है। जिहड़े ठगे जाते ने जिहड़े मारे जाते ने समझ लेना उन्हां दे हिरदे विच रब नहीं है। गुरु रामदास महाराज की बाणी का एक फैसला है कि जै हर सिमरन भया तह उपाद गत कीनी। जिथे भगती है उथे झगड़ा नहीं है। देखो बड़े सीधे सीधे धर्म के सिद्धांत ने। इसका अर्थ की है कि जिथे झगड़ा है उथे धर्म नहीं है। अगर 2 धर्मी आदमी लड़ रहे ने तो समझ लेना भी इन्हां च पाठ पूजा करने वाला कोई भी नहीं हैगा। अगर पाठ पूजा करते होंदे तो झगड़ा नहीं सी हो सकता। संभव ही नहीं, पॉसिबल ही नहीं। मतलब दुनिया के आदमी एडजस्टमेंट कर लैन ते 2 धर्मी आदमी ना करन तो फिर की कहिए आप। मैं तो कल भी कितना ही समा इस गल ते ला देता भी उल्टी रे मन उल्टी रे, साकत स्यों कर उल्टी रे। 2 शराबी ठेके ते लड़ पैण गल समझ आउंदी, 2 अमृतधारी गुरुद्वारे च लड़ पैण वो किवें समझ आ जाएगी आपां नूं। शराबियां दी समझ ते आ गई भी ठेके ते लड़े ने। पर 2 अमृतधारी गुरुद्वारे विच लड़ पैण, 2 पुजारी मंदिर विच लड़ पैण, जो 2 बंदे मसीत नूं मनण वाले मस्जिद विच लड़ पैण, 2 बंदे चर्च नूं मनण वाले चर्च विच लड़ पैण ते किवें मन्नीए भी दोवें धर्मी ने। आप मनते हैं ना भी लड़ाई एक हथ नाल नहीं हो सकती। मैं तो कई बारी उस गल की सांझ भी की है भी किसी के घर च झगड़ा रहिंदा सी ते जिहड़ी घर की माई सी वो एक दिन किसी बाबे कोल चली गई। कहती बाबा जी साडे घर में झगड़ा बहुत है। वो बाबा कहन लगा बीबी मेरे कोल ते एक डक्का मंत्र है, जे तुसी परहेज संयम कर सकते हो तो तुहाडे घर दा लड़ाई झगड़ा मुक सकदा। कहती बाबा जी क्यों नहीं करांगे, मरदा बंदा सब कुछ करदा है, दसो। वो कहंदा कि जदों तेरी नूंह बोलन लगे ना उन्हें एक तीला दिता छोटा जिहनूं डक्का कहने असीं पिंडां 'च कि बीबी आ जिहड़ा तीला है ये तू सुच्चे पानी नाल धो के ते दवा दव अपनियां दाड़ां दे विच रख लेना है। बस इस गल का ध्यान रखना है भी वो तीला बाहर नहीं निकलना चाहिए। कहन लगी सत बचन बाबा जी, सत बचन बाबा जी। हुण अगला दिन आया, नूंह ने बोलना शुरू करता। ये बुढ़ी तो मगरों लैंदी नहीं, पता नहीं कदों मरेगी। माई भजी, उन्हें नलके तो वो डक्का धोता ते दाड़ा च रख लिया।
ਹੁਣ ਜੇ ਮਾਈ ਬੋਲਦੀ ਤੇ ਡੱਕਾ ਬਾਹਰ ਨਿਕਲਦਾ। ਹੁਣ ਉਹ ਜਿਹੜੀ ਨੋਹ ਸੀ 2 4 5 ਵਾਰੀ ਬੋਲੀ, ਮੁੜ ਕੇ ਫਿਰ ਅਖੀਰ ਉਹਨੇ ਕਹਿ ਹੀ ਦਿੱਤਾ, ਕਹਿੰਦੀ ਮੈਂ ਕੋਈ ਉਹ ਥੋੜਾ ਹੈਗੀ ਵੀ ਕੱਲੀ ਭੌਂਕਦੀ ਰਵਾਂ। ਇਹਨੂੰ ਬੁੱਢੀ ਨੂੰ ਤੇ ਦੰਦਨ ਪੈ ਗਈ ਅੱਜ। ਉਹ ਵੀ ਚੁੱਪ ਕਰ ਗਈ। ਅਗਲੇ ਦਿਨ ਫਿਰ 7ਵੇਂ ਦਿਨ ਮਾਈ ਪਹੁੰਚ ਗਈ ਬਾਬੇ ਕੋਲੇ। ਕਹਿੰਦੀ ਬਾਬਾ ਜੀ ਬੜਾ ਜ਼ਾਹਰਾ ਮੰਤਰ ਦਿੱਤਾ ਜੇ, ਸਾਡੇ ਘਰੋਂ ਤੇ ਲੜਾਈ ਮੁੱਕ ਗਈ। ਲੜਾਈ ਆਪੇ ਮੁੱਕ ਗਈ ਵੀ ਇੱਕ ਬੋਲਦੀ ਦੂਜੀ ਨਹੀਂ ਬੋਲਦੀ। ਸਾਡੇ ਘਰਾਂ ਦਾ ਵੀ ਹਾਲ ਇਹ ਹੈ। ਸਾਡੇ ਬਜ਼ੁਰਗ ਕਹਿੰਦੇ ਸੀ ਕਿ 3 ਭੱਬੇ ਆਪਣੇ ਪੱਲੇ ਬੰਨ ਲਓ, ਭਲਾ ਜੀ, ਭੁੱਲੀ ਜੀ। ਹੁਣ ਇਹਨਾਂ ਸ਼ਬਦ ਕਹਿਣ ਨਾਲ ਕੀ ਫਰਕ ਪੈਂਦਾ ਵੀ ਚਲੋ ਕੋਈ ਨਹੀਂ ਜੀ ਮੇਰੇ ਤੋਂ ਹੀ ਗਲਤੀ ਹੋ ਗਈ ਹੋਣੀ ਹੈ, ਪਰ ਅਸੀਂ ਤੇ ਐਸਾ ਇੱਕ ਦੂਜੇ ਨਾਲ ਆਡਾ ਲਾਉਨੇ ਆ। ਧਰਮ ਦੇ ਬੜੇ ਨੁਸਖੇ ਜਿਹੜੇ ਨੇ ਬੜੇ ਸਪਸ਼ਟ ਨੇ, ਇਹਨਾਂ ਵਿੱਚ ਕੋਈ ਵਲ ਫੇਰ ਨਹੀਂ ਹੈਗਾ। ਜਿੱਥੇ ਸਿਮਰਨ ਹੈ ਉੱਥੇ ਝਗੜਾ ਨਹੀਂ, ਜਿੱਥੇ ਝਗੜਾ ਹੈ ਉੱਥੇ ਸਿਮਰਨ ਨਹੀਂ। ਗੱਲ ਬੜੀ ਸਿੱਧੀ ਹੈ। ਜਿੱਥੇ ਧਰਮ ਹੈ ਉੱਥੇ ਕੋਈ ਵਹਿਮ ਭਰਮ ਨਹੀਂ ਹੈ। ਜੇ ਤੁਸੀਂ ਰੱਬ ਨੂੰ ਮੰਨਦੇ ਹੋ ਤੇ ਫਿਰ ਉਹਦੇ ਵਿੱਚ ਸੱਪ ਕਿੱਥੋਂ ਆ ਗਏ, ਤੇ ਉਹਦੇ ਵਿੱਚ ਪਿੱਪਲਾਂ ਟਾਹਲੀਆਂ ਕਿਕਰਾਂ ਕਿੱਥੋਂ ਆ ਗਈਆਂ, ਜੰਡੀਆਂ ਕਿੱਥੋਂ ਆ ਗਈਆਂ, ਐਵੇਂ ਛੋਟੇ ਛੋਟੇ ਧਾਗੇ ਤਵੀਤ ਕਿੱਥੋਂ ਆ ਗਏ, ਏਡੇ ਵੱਡੇ ਰੱਬ ਦੇ ਅੱਗੇ ਇਹ ਧਾਗੇ ਤਵੀਤ ਕੀ ਕਰਨਗੇ ਭਾਈ? ਇਹਨਾਂ ਦੀ ਕੀ ਸ਼ਕਤੀ ਹੈ? ਇਹਨਾਂ ਦੀ ਕੋਈ ਸ਼ਕਤੀ ਨਹੀਂ ਹੈ। ਹਾਂ, ਜੇ ਤੁਸੀਂ ਰੱਬ ਨੂੰ ਨਹੀਂ ਮੰਨਦੇ, ਹੁਣ ਵੇਖੋ ਨਾ, ਤੁਹਾਡੀ ਡੀਸੀਪੀ ਨਾਲ ਗੱਲ ਹੋਵੇ, ਐਸਐਸਪੀ ਜਿਹਨੂੰ ਕਹਿੰਦੇ ਨੇ, ਤੁਹਾਡੀ ਡੀਸੀ ਨਾਲ ਗੱਲ ਹੋਵੇ ਜਿਹਨੂੰ ਕਲੈਕਟਰ ਕਹਿੰਦੇ ਨੇ, ਤੁਹਾਡੀ ਸਟੇਟ ਦੇ ਮੁੱਖ ਮੰਤਰੀ ਨਾਲ ਗੱਲ ਹੋਵੇ, ਚੀਫ ਸੈਕਟਰੀ ਨਾਲ ਗੱਲ ਹੋਵੇ, ਤੁਸੀਂ ਕੀ ਸੋਚਦੇ ਪਟਵਾਰੀ ਤੰਗ ਕਰੇਗਾ ਤੁਹਾਨੂੰ? ਕਿ ਤੁਹਾਡੀ ਚੌਂਕੀ ਦਾ ਮੁਨਸ਼ੀ ਸਿਪਾਹੀ ਕੋਈ ਥਾਣੇਦਾਰ ਤੰਗ ਕਰੇਗਾ ਤੁਹਾਨੂੰ? ਉਹ ਤਾਂ ਸਵੇਰੇ ਸ਼ਾਮ ਪੁੱਛਣ ਆਏਗਾ ਵੀ ਮਹਾਰਾਜ ਜੀ ਨਜ਼ਰ ਸਵਾਲੀ ਹੈ ਨਾ, ਸਾਡੀ ਕਿਤੇ ਸ਼ਿਕਾਇਤ ਹੀ ਨਾ ਕਰ ਦਿਓ ਜੀ, ਤੁਹਾਡੀ ਤੇ ਵੱਡੇ ਸਾਹਿਬ ਨਾਲ ਗੱਲ ਹੈ। ਇਹ ਤੁਹਾਨੂੰ ਪੁੱਛਣ ਆਇਆ ਕਰਨਗੇ ਜਿਹੜੇ ਧਾਗੇ ਤਵੀਤਾਂ ਵਾਲੇ ਨੇ ਕਿ ਦੱਸੋ ਜੀ ਤੁਸੀਂ ਕੀ ਚਾਹੁੰਦੇ ਹੋ। ਤੇ ਬਦਕਿਸਮਤੀ ਇਹ ਵੀ ਅਸੀਂ ਇਹਨਾਂ ਮਗਰ ਤੁਰੇ ਫਿਰਦੇ ਆ। ਇਹ ਜਿਹੜਾ ਬਸੰਤ ਹੰਡੋਲ ਦਾ ਸ਼ਬਦ ਸੀ, ਇਹ ਸ਼ਬਦ ਦੇ ਅਗਲੇ ਅਰਥ ਇਹ ਸਨ ਕਿ ਨਿਰੰਕਾਰ ਕਰਤਾਰ ਅਬ ਹਵੈ ਬੈਠਿਓ ਇਸ ਅੰਗ, ਐਸੀ ਕੁਦਰਤ ਕਿਸ ਵਿਖੇ ਕਰ ਹਟਾਏ ਤੁਮ ਸੰਗ। ਜੇ ਰੱਬ ਤੁਹਾਡੇ ਨਾਲ ਹੈ ਤੇ ਤੁਹਾਨੂੰ ਹਟਾਉਣ ਵਾਲਾ ਕੌਣ ਹੈ? ਤੁਹਾਡੇ ਰਸਤੇ ਵਿੱਚ ਆਉਣ ਵਾਲਾ ਕੌਣ ਹੈ? ਮਿਲੈ ਦਿਹਾੜੀ ਮੋਹਿ ਕੋ ਚੱਲ ਆਇਓ ਤੁਮ ਪਾਸ। ਮਿਲੇ ਦਿਹਾੜੀ ਮੋਹਿ ਕੋ, ਫਿਰ ਮੇਰੀ ਮਜ਼ਦੂਰੀ ਕੌਣ ਖਾ ਸਕਦਾ ਹੈ? ਮੇਰੀ ਮਿਹਨਤ ਦਾ ਇਵਜ਼ਾਨਾ ਕੌਣ ਲੈ ਸਕਦਾ ਹੈ? ਭਾਈ ਉਹ ਤਾਂ ਮੇਰਾ ਤੇ ਮੈਨੂੰ ਹੀ ਮਿਲੇਗਾ ਨਾ, ਕਿਉਂਕਿ ਮੈਂ ਤਾਂ ਪ੍ਰਮਾਤਮਾ ਤੇਰੇ ਕੋਲ ਆ ਗਿਆ, ਤੇਰੀ ਸ਼ਰਨ ਵਿੱਚ ਆ ਗਿਆ। ਹਾਂਜੀ। ਤੀਰਥ ਸਿਮਰਤ ਪੁੰਨ ਸਭ ਦੇਹੋ ਹਿੰਦਨ ਸੁਖ ਰਾਸ। ਹੇ ਪ੍ਰਮਾਤਮਾ, ਤੀਰਥ ਨੇ, ਸਿਮਰਤੀਆਂ ਨੇ, ਪੁੰਨ ਨੇ, ਇਹ ਸਭ ਹਿੰਦਨ ਸੁਖ ਰਾਸ। ਇਹ ਠੀਕ ਹੈ ਕਿ ਅੱਜ ਸਿੱਖਾਂ ਦਾ ਸਮਾਂ ਆ ਗਿਆ ਹੈ, ਲੋਕ ਅੱਲਾ ਕਹਿਣ ਲੱਗ ਗਏ ਨੇ, ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਮਾਰੀ ਹੋ ਗਈ ਹੈ। ਮੰਦਰਾਂ ਤੇ ਦੇਵੀ ਦੇਵਤਿਆਂ ਤੇ ਟੈਕਸ ਲੱਗਣੇ ਸ਼ੁਰੂ ਹੋ ਗਏ ਨੇ। ਹਾਂਜੀ। ਨਾਮ ਵਡਾਈ ਦੀਜੀਐ ਮੋਹ ਕੋ ਸ਼੍ਰੀ ਕਰਤਾਰ। ਨਾਮ ਵਡਾਈ ਦੀਜੀਏ, ਨਾਮ ਦੀ ਜਿਹੜੀ ਵਡਿਆਈ ਹੈ ਪਰਮਾਤਮਾ, ਉਹ ਤੂੰ ਮੈਨੂੰ ਦੇ, ਮੈਨੂੰ ਹੋਰ ਕੋਈ ਇੱਜ਼ਤ ਨਹੀਂ ਚਾਹੀਦੀ। ਅਸੀਂ ਇੱਜ਼ਤ ਕੁਰਸੀ ਚੋਂ ਲੱਭਦੇ ਹਾਂ। ਹੁਣ ਕੁਰਸੀ ਪਤਾ ਨਹੀਂ ਕਿੰਨਿਆਂ ਦੇ ਸਿਰਾਂ ਦੇ ਉੱਤੇ ਰੱਖੀ ਹੋਈ ਹੈ, ਕਿੰਨਿਆਂ ਦੀ ਛਾਤੀ ਤੋਂ ਲੰਘ ਕੇ ਬੰਦੇ ਜਾ ਕੇ ਕੁਰਸੀ ਤੇ ਬੈਠਦੇ ਨੇ। ਬੜੇ ਥੋੜੇ ਧਰਮੀ ਰਾਜੇ ਹੋਏ ਨੇ ਦੁਨੀਆ ਦੇ ਵਿੱਚ, ਬਹੁਤ ਥੋੜੇ, ਨਹੀਂ ਤੇ ਅਮੂਮਨ
ਰਾਜ ਸਿੰਘਾਸਨ ਪ੍ਰਾਪਤ ਕਰਨ ਵਾਸਤੇ ਪਤਾ ਨਹੀਂ ਬੰਦੇ ਨੇ ਕਿੰਨਿਆਂ ਕਦੇ ਸਿਰ ਕਲਮ ਕੀਤੇ ਹੁੰਦੇ ਨੇ, ਕਿਹੜੀ ਕਿਹੜੀ ਪੌੜੀ ਤੋਂ ਬੰਦੇ ਲੰਘ ਕੇ ਆਉਂਦੇ ਨੇ। हे ਪ੍ਰਮਾਤਮਾ ਨਾਮ ਵਡਾਈ ਦੀਜੀਐ ਮੋਕੋ ਸ਼੍ਰੀ ਕਰਤਾਰ। हे ਪ੍ਰਮਾਤਮਾ ਮੈਨੂੰ ਨਾਮ ਦੀ ਵਡਿਆਈ ਦੇ, ਮੈਨੂੰ ਹੋਰ ਕੋਈ ਵਡਿਆਈ ਨਹੀਂ ਚਾਹੀਦੀ। ਜਿਹੜੀਆਂ ਵਡਿਆਈਆਂ ਦੇ ਵਿੱਚ ਅਸੀਂ ਗੁਆਚੇ ਹੋਏ ਆ, ਕੋਈ ਪੈਸੇ ਦੀ ਚਾਹੁੰਦਾ ਹੈ, ਸ਼ੋਹਰਤ, ਕੋਈ ਪਦਵੀ ਦੀ ਚਾਹੁੰਦਾ ਹੈ, ਕੋਈ ਆਪਣੇ ਸੁਹੱਪਣ ਦੀ ਚਾਹੁੰਦਾ ਹੈ, ਕੋਈ ਆਪਣੇ ਠਾਠੇ ਬਾਗੇ ਦੀ ਚਾਹੁੰਦਾ ਹੈ। ਪਰ ਜਿਹੜੇ ਰੱਬ ਦੇ ਭਗਤ ਨੇ ਉਹ ਕਹਿੰਦੇ ਨੇ ਨਹੀਂ, ਸਭ ਨਾਮੇ ਕੀ ਵਡਿਆਈ। ਵਡਿਆਈ ਬੰਦੇ ਦੀ ਥੋੜਾ ਹੈ, ਵਡਿਆਈ ਤਾਂ ਉਸ ਪਰਮੇਸ਼ਰ ਦੇ ਨਾਮ ਦੀ ਹੈ। ਔਰ ਜਿਹੜੇ ਬੰਦੇ ਪਰਮਾਤਮਾ ਦਾ ਨਾਮ ਸਿਮਰਦੇ ਨੇ, ਨਾਮ ਨਾਲ ਜੁੜਦੇ ਨੇ, ਉਹਨਾਂ ਦੀ ਬਾਣੀ ਦੇ ਵਿੱਚੋਂ ਤੁਸੀਂ ਪੜ੍ਹ ਸਕਦੇ ਹੋ ਕਿ ਜਿਸ ਨੂੰ ਬਖਸ਼ੇ, ਕਰੋ ਕਿਰਪਾ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ। ਉਹ ਤੇ ਰਾਜਿਆਂ ਦਾ ਵੀ ਰਾਜਾ ਹੈ ਭਾਈ। ਉਹ ਲੋਕਾਂ ਦੇ ਸਿਰਾਂ ਤੇ ਰਾਜ ਨਹੀਂ ਕਰਦਾ, ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਹੈ। ਉਹਨੂੰ ਲੋਕਾਂ ਦੇ ਸਿਰਾਂ ਤੇ ਬਹਿਣ ਦੀ ਲੋੜ ਨਹੀਂ ਪੈਂਦੀ, ਲੋਕ ਉਹਨੂੰ ਆਪ ਆਪਣੇ ਸਿਰ ਤੇ ਚੁੱਕਦੇ ਨੇ। ਹਾਂਜੀ। ਹਿੰਦਨ ਕੋ ਥਿਰ ਧਰਮ ਹੋਵੇ ਕਾਰਜ ਯਹੀ ਹਮਾਰ। ਹਿੰਦ ਦਾ ਇਹ ਜਿਹੜਾ ਧਰਮ ਹੈ ਇਹ ਸਥਿਰ ਹੋਏਗਾ। ਯਹੀ ਕਾਜ ਹਮਾਰ। ਹਾਂਜੀ। ਇਸ ਪ੍ਰਕਾਰ ਕੋ ਸ਼ਬਦ ਸੁਣ ਮੱਕੇ ਬਾਸੀ ਲੋਕ। ਇਦਾਂ ਜਦੋਂ ਸਤਿਗੁਰੂ ਨੇ ਬਸੰਤ ਹਡੋਲ ਦਾ ਸ਼ਬਦ ਗਾਇਆ, ਹੁਣ ਉਹ ਟਿਊਨ, ਤਰਜ, ਜਿਸ ਲਹਿਜੇ ਵਿੱਚ ਸਤਿਗੁਰੂ ਜੀ ਨੇ ਗਾਇਆ ਹੋਏਗਾ, ਅੱਜ ਵੀ ਤੁਸੀਂ ਵੇਖੋ ਕਈ ਐਸੇ ਮਿੱਠੇ ਗੁਰੂ ਕੇ ਕੀਰਤਨੀਏ ਹੈਗੇ ਨੇ, ਭਾਈ ਰਾਏ ਸਿੰਘ ਵਰਗੇ, ਬੰਦਾ ਨਾ ਚਾਹੁੰਦੇ ਹੋਏ ਵੀ ਬਹਿ ਜਾਂਦਾ ਹੈ। ਭਾਈ ਹਰਜਿੰਦਰ ਸਿੰਘ ਵਰਗੇ, ਨਾ ਚਾਹੁੰਦਿਆਂ ਹੋਇਆਂ ਵੀ ਆਪਾਂ ਬਹਿ ਜਾਂਦੇ ਆ ਵੀ ਨਹੀਂ ਸੁਣ ਲਓ ਬਈ। ਕਿਸੇ ਕਿਸੇ ਨੂੰ ਪਰਮਾਤਮਾ ਨੇ ਗਲੇ ਵਿੱਚ ਇਤਨਾ ਰਸ ਦਿੱਤਾ ਹੈ। ਹੁਣ ਮੇਰੇ ਵਰਗੇ ਦੀ ਤਾਂ ਧੱਕੇਸ਼ਾਹੀ ਹੈ ਵੀ ਠੀਕ ਹੈ ਜੀ, ਥੋੜਾ ਬਹੁਤਾ ਤੁਸੀਂ ਕੋਸ਼ਿਸ਼ ਕਰੋ ਵੀ ਧਾਰਨਾ ਪੜ੍ਹ ਲਓ। ਪਰ ਕਈਆਂ ਨੂੰ ਰੱਬ ਨੇ ਬਹੁਤ ਹੀ ਗਲੇ ਦੇ ਵਿੱਚ ਰਸ ਬਖਸ਼ਿਆ। ਇਹੋ ਜਿਹਾ ਵਿਅਕਤੀ ਪਾਠ ਵੀ ਕਰੇ ਤੇ ਦੁਨੀਆ ਖਲੋ ਕੇ ਸੁਣਦੀ ਹੈ। ਜਦੋਂ ਸਤਿਗੁਰੂ ਜੀ ਨੇ ਸ਼ਬਦ ਗਾਇਨ ਕੀਤਾ, ਰਬਾਬ ਵਜਾਉਂਦਾ ਹੋਵੇ ਭਾਈ ਮਰਦਾਨਾ ਤੇ ਗਾਉਂਦਾ ਹੋਵੇ ਗੁਰੂ ਨਾਨਕ, ਤੇ ਬਾਣੀ ਹੋਵੇ ਰੱਬ ਦੀ ਸਿਫਤ ਸਲਾਹ ਵਾਲੀ, ਤੇ ਕੌਣ ਹੈ ਜਿਹੜਾ ਨਹੀਂ ਰੁਕੇਗਾ। ਕਵੀ ਜੀ ਇੱਥੇ ਕਹਿੰਦੇ ਨੇ ਕਿ ਜਿਹੜੇ ਮੱਕੇ ਦੇ ਲੋਕ ਸਨ, ਇਸ ਪ੍ਰਕਾਰ ਕੋ ਸ਼ਬਦ ਸੁਣ ਮੱਕੇ ਬਾਸੀ ਲੋਕ। ਜਦੋਂ ਮੱਕੇ ਦੇ ਲੋਕਾਂ ਨੇ ਸੁਣਿਆ, ਉਹ ਧੁਨੀ, ਉਹ ਆਵਾਜ਼, ਉਹ ਬਾਣੀ ਜਦੋਂ ਲੋਕਾਂ ਦੇ ਕੰਨਾਂ ਤੱਕ ਆਈ ਹੈ, ਹਾਂਜੀ, ਹਾਜੀ ਇਹ ਮਤਵਾਨ ਵੱਡ ਭਾਖੇ ਦਰਸ ਬਿਲੋਕ। ਸਾਰੇ ਲੋਕ ਕਹਿੰਦੇ ਨੇ ਇਹ ਹਾਜੀ ਹੈ, ਇਹ ਕੋਈ ਮਤਵਾਨ ਹਾਜੀ ਹੈ, ਰੱਬ ਦੀਆਂ ਗੱਲਾਂ ਕਰਦਾ ਹੈ। ਵੱਡ ਭਾਖੈ ਦਰਸ਼ ਬਿਲੋਕ, ਲੋਕ ਵੇਖਣ ਆਉਂਦੇ ਨੇ, ਦਰਸ਼ਨ ਕਰਦੇ ਨੇ, ਵਡਿਆਈ ਕਰਕੇ ਮੁੜਦੇ ਨੇ। ਹਾਂਜੀ। ਸੀਦਾ ਆਨ ਚੜਾਵਈ ਕੇਤਕ ਕਰੇ ਸਲਾਮ। ਇੱਥੇ ਲੋਕ ਫਿਰ ਰਸਦ ਮੱਥਾ ਟੇਕਦੇ ਨੇ। ਜਿਹੜੇ ਖਾਣ ਵਾਲੇ ਪਦਾਰਥ, ਜਿਵੇਂ ਆਪਾਂ ਗੁਰਦੁਆਰੇ ਲੈ ਕੇ ਆਉਂਦੇ ਆ, ਦਾਲਾਂ, ਆਟਾ, ਚਾਵਲ, ਘਿਓ, ਖੰਡ, ਇਹ ਰਸਦ ਹੈ। ਲੋਕ ਇੱਥੇ ਹੁਣ ਰਸਦ ਚੜਾਉਂਦੇ ਨੇ, ਸਿੱਧਾ ਘਿਓ ਆਦਿਕ। ਕੇਤਕ ਕਰੇ ਸਲਾਮ, ਕਈ ਤੁਰੇ ਤੁਰੇ ਜਾਂਦੇ ਵੀ ਸਲਾਮ ਕਰਦੇ ਨੇ, ਮੱਥਾ ਟੇਕਦੇ ਨੇ। ਸਤਿਗੁਰੂ ਜੀ ਨੂੰ ਨਮਸਕਾਰਾਂ ਹੁੰਦੀਆਂ ਨੇ। ਹਾਂਜੀ। ਵੈਸੇ ਸੁਜਾਨ ਬਖਾਨਹੀ
ਹੈ ਬੇਸਾਲ ਗੁਣ ਖਾਨ। ਵੈਸੇ ਸੋ ਜਸ ਬਖਾਣਈ। ਭਾਈ ਵੇਖੋ ਕਿੰਨੇ ਸਹਿਜ ਵਿੱਚ ਇਹ ਕੌਣ ਬੰਦੇ ਨੇ, ਹਾਜੀ ਬੈਠੇ ਨੇ, ਕਿੱਡੀ ਸੋਹਣੀ ਰੱਬ ਦੀ ਸਿਫਤ ਸਲਾਹ ਕਰਦੇ ਨੇ। ਇੰਜ ਲੋਕ ਕਹਿ ਕੇ ਲੰਘਦੇ ਨੇ, ਇਹਨੂੰ ਕਹਿੰਦੇ ਨੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਫਿਰ ਪੋਸਟਰ ਲਵਾਉਣੇ ਨਹੀਂ ਪੈਂਦੇ, ਕਹਾਣੀਆਂ ਬਣਾਉਣੀਆਂ ਨਹੀਂ ਪੈਂਦੀਆਂ। ਇੱਥੇ ਤਾਂ ਲੋਕ ਆਪ ਵਾਇਰਲ ਹੁੰਦੇ ਨੇ ਨਾ, ਆਪ ਲਾਈਵ ਹੁੰਦੇ ਨੇ, ਆਪ ਕੋਸ਼ਿਸ਼ ਕਰਦੇ ਨੇ। ਕਿਉਂਕਿ ਮੈਨੂੰ ਤਾਂ ਕਈ ਵਾਰੀ ਇੱਦਾਂ ਵੀ ਲੱਗਦਾ, ਮੈਂ ਕਹਿੰਦਾ ਠੀਕ ਹੈ, ਜਦੋਂ ਕਿਸੇ ਨੇ ਨਹੀਂ ਕਹਿਣਾ ਤੇ ਆਪਣੇ ਆਪ ਨੂੰ ਤਾਂ ਚੰਗਾ ਕਹਿ ਹੀ ਲਓ ਨਾ। ਜਦੋਂ ਪਤਾ ਹੀ ਲੱਗ ਜਾਏ ਵੀ ਮੈਨੂੰ ਕਿਸੇ ਨੇ ਚੰਗਾ ਨਹੀਂ ਕਹਿਣਾ, ਤੇ ਫਿਰ ਆਪਣੇ ਆਪ ਨੂੰ ਆਪ ਹੀ ਚੰਗਾ ਕਹੋ। ਜਿੰਨੇ ਕੁ ਆਪਣੇ ਮੂੰਹ ਤੋਂ ਮੀਆਂ ਮਿੱਠੂ ਬਣਿਆ ਜਾ ਸਕਦਾ, ਜਿੰਨੇ ਕੁ ਆਪਣੇ ਗੁਣ ਆਪ ਗਾਏ ਜਾ ਸਕਦੇ ਨੇ, ਗਾ ਲੈਣੇ ਚਾਹੀਦੇ ਨੇ ਬੰਦੇ ਨੂੰ। ਕਿਉਂਕਿ ਮੂੰਹ ਵੀ ਆਪਣਾ, ਜ਼ੁਬਾਨ ਵੀ ਆਪਣੀ, ਸ਼ਬਦ ਵੀ ਆਪਣੇ, ਤੇ ਵਡਿਆਈ ਵੀ ਆਪਣੀ। ਇਹਦੇ 'ਚ ਕਿਸੇ ਨੂੰ ਕੀ ਢਿੱਡ ਪੀੜ ਹੁੰਦੀ ਹੈ ਜੀ? ਆਪਣੇ ਆਪ ਨੂੰ ਕਹੀ ਜਾਓ ਚੰਗਾ, ਆਪਣੇ ਮੂੰਹ ਮੀਆਂ ਮਿੱਠੂ ਬਣਿਓ, ਜਿੰਨੇ ਮਰਜ਼ੀ ਬਣੀ ਜਾਓ। ਪਰ ਸਵਾਲ ਤੇ ਵੀ ਕੋਈ ਦੂਜਾ ਵੀ ਤੁਹਾਨੂੰ ਕਹਿੰਦਾ ਕਿ ਨਹੀਂ ਕਹਿੰਦਾ? ਹਾਂਜੀ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਗੁਰੂ ਨਾਨਕ ਦੇ ਪਿਤਾ ਮਹਾਰਾਜ, ਉਹਨਾਂ ਦੀ ਵਡਿਆਈ ਕਰਦੇ ਆ। ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜਿਨ੍ਹਾਂ ਨੇ ਗ੍ਰੰਥ ਲਿਖਿਆ, ਉਹ ਕਹਿੰਦੇ ਨੇ ਗੁਰੂ ਨੇ ਸ਼ਬਦ ਦੀ ਕਮਾਈ ਕੀਤੀ ਹੈ। ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋ ਸੋ ਆਪਣਾ ਪੰਥ ਨਰਾਲਾ। ਭਾਈ ਗੁਰਦਾਸ ਸਾਹਿਬ, ਜਿਸ ਗੁਰੂ ਨੇ 5 ਵਕਾਰਾਂ ਨੂੰ ਜਿੱਤ ਲਿਆ। ਅਮੂਮਨ ਅਸੀਂ ਸਾਰੇ ਲੋਕ ਇਹਨਾਂ 5 ਵਕਾਰਾਂ ਦੇ ਅਧੀਨ ਆ। ਨਾ ਸਾਡਾ ਹੰਕਾਰ ਖੜਾ ਛੱਡਦਾ, ਨਾ ਕਾਮ ਕ੍ਰੋਧ ਖੜਾ ਛੱਡਦਾ, ਨਾ ਮੋਹ ਮਮਤਾ ਸਾਡਾ ਖੜਾ ਛੱਡਦੀ ਹੈ। ਜੇ ਪੁੱਤਰਾਂ ਚੋਂ ਨਿਕਲੇ ਤੇ ਚੇਲਿਆਂ 'ਚ ਫਸ ਗਏ, ਜੇ ਘਰਾਂ ਚੋਂ ਨਿਕਲੇ ਤੇ ਡੇਰਿਆਂ 'ਚ ਫਸ ਗਏ, ਨਿਕਲੇ ਤੇ ਕਿਤੇ ਵੀ ਨਹੀਂ ਅਸੀਂ। ਸਵਾਲ ਤੇ ਇਹ ਸੀ ਕਿ ਅਸੀਂ ਛੱਡ ਦਿੰਦੇ। ਕਿਤੇ ਨਾ ਕਿਤੇ ਜਾ ਕੇ ਸਾਨੂੰ ਗੱਲ ਸਮਝ ਆਉਂਦੀ। ਮੈਂ ਅੱਗੇ ਵੀ ਕਈ ਵਾਰੀ ਗੱਲ ਸਾਂਝੀ ਕੀਤੀ ਹੈ, ਪਤਾ ਨਹੀਂ ਮੈਨੂੰ ਆਪ ਨੂੰ ਨਹੀਂ ਸਮਝ ਅਜੇ ਤੱਕ ਆਈ ਕਿ ਚੰਗੇ ਚੰਗੇ ਬੰਦੇ ਮੈਂ ਜਿਹੜੇ ਰੱਬ ਨੂੰ ਮੰਨਣ ਵਾਲੇ ਨੇ, ਮੈਂ ਬੜੇ ਤੜਫ ਤੜਫ ਕੇ ਮਰਦੇ ਵੇਖੇ ਨੇ। ਤੇ ਸ਼ਰਾਬੀ ਕਵਾਬੀ ਬੰਦੇ ਝੱਟ 1 ਸੈਕਿੰਡ 'ਚ ਮਰ ਜਾਂਦੇ ਨੇ। ਨਾ ਹਸਪੀਟਲ, ਨਾ ਕੋਈ ਸਰਜਰੀ, ਨਾ ਕੋਈ ਟੀਕਾ, ਨਾ ਕੋਈ ਬੈੱਡ, ਨਾ ਕੋਈ ਬੈੱਡ ਸੋਲ ਹੁੰਦੀ, ਉਹਨਾਂ ਨੂੰ ਕੱਖ ਨਹੀਂ ਹੁੰਦਾ। ਫਿਰ ਉੱਥੇ ਜਾ ਕੇ ਇੱਕ ਗੱਲ ਸਮਝ ਆਉਂਦੀ ਹੈ ਵੀ ਕਿਤੇ ਨਾ ਕਿਤੇ ਜਾ ਕੇ ਰੱਬ ਨੂੰ ਇੱਕ ਗੱਲ ਉਹਨਾਂ ਦੀ ਚੰਗੀ ਤੇ ਨਹੀਂ ਲੱਗਦੀ। ਤੁਸੀਂ ਵੇਖਿਓ ਬਹੁਤ ਪਾਠ ਪੂਜਾ ਕਰਨ ਵਾਲੇ ਇੱਕੋ ਹੀ ਗੱਲ ਕਰੀ ਜਾ, ਗਿਆਨੀ ਜੀ ਅਰਦਾਸ ਕਰੋ ਮਹਾਰਾਜ ਉਮਰ ਵੱਡੀ ਕਰ ਦੇ। ਫਿਰ ਮੌਤ ਤੋਂ ਬੜੇ ਡਰਦੇ ਨੇ ਵੀ ਕਿਤੇ ਰੱਬ ਲੈ ਨਾ ਜਾਏ। ਤੁਸੀਂ ਵੇਖੋ ਜਿਹੜੇ ਬੰਦੇ ਇਹਨਾਂ ਦਿਨਾਂ 'ਚ ਨਹੀਂ ਗੁਰਦੁਆਰੇ ਆਉਂਦੇ, ਸਾਰੇ ਮੌਤ ਤੋਂ ਹੀ ਡਰੀ ਜਾਂਦੇ ਨੇ। ਤਾਂ ਜਿੰਨੇ ਮੰਗਤੇ ਬੈਠੇ ਨੇ ਸੜਕਾਂ ਦੇ ਉੱਪਰ, ਕਦੇ ਸੁਣਿਆ ਤੁਸੀਂ ਕਿਸੇ ਝੁੱਗੀ ਝੌਂਪੜੀ 'ਚ ਕਰੋਨਾ ਗਿਆ ਹੋਵੇ? ਸਾਰੀਆਂ ਪੌਸ਼ ਕਲੋਨੀਆਂ 'ਚ ਹੀ ਗਿਆ। ਉਹ ਸੜਕ ਦੇ ਕੰਢੇ ਬੈਠੇ ਨੇ ਵੀ ਕਰੋਨਾ ਲੱਭੇ ਸੀ ਛਿੱਤਰਾਂ ਨਾਲ ਕੁੱਟਣਾ ਹੈ। ਇੰਨੀ ਵਿਲ ਪਾਵਰ ਹੈ ਉਹਨਾਂ 'ਚ। ਮੇਰੇ ਖਿਆਲ ਉਹਨਾਂ ਕੋਲ ਆ ਵੀ ਜਾਵੇ ਤੇ ਕਰੋਨਾ ਹੀ ਮਰੇਗਾ, ਉਹ ਨਹੀਂ ਮਰਦੇ। ਸਾਰਾ ਦਿਨ ਧੁੱਪੇ ਬੈਠੇ ਨੇ, ਮੰਗ ਕੇ ਰੋਟੀ ਖਾਂਦੇ ਨੇ ਉਹ। ਅਸੀਂ ਲੋਕ ਔਰ ਜਿਹੜੇ ਬੰਦੇ ਸ਼ਰਾਬੀ ਕੁਆਬੀ ਵੇਖੇ, ਮੈਂ ਅਮੂਮਨ ਉਹਨਾਂ ਨੂੰ ਵੇਖਿਆ ਜਦੋਂ ਘੁੱਟ ਕੇ ਪੀ ਲੈਣਾ, ਗਿਆਨੀ ਜੀ ਆਹ ਜਿਹੜਾ ਤੁਹਾਡਾ ਬਾਬਾ ਹੈ ਨਾ, ਅਸੀਂ ਬਾਬੇ ਨੂੰ ਕਹਤਾ ਬਾਬਾ ਅਸੀਂ ਖਾ ਪੀ ਨਹੀਂ ਲੈਣਾ, ਜਦੋਂ ਮਰਜ਼ੀ ਲੈ ਜਾ। ਮੈਨੂੰ ਇੱਦਾਂ ਲੱਗਦਾ ਵੀ ਰੱਬ ਇੰਨੀ ਗੱਲ ਤੋਂ ਹੀ ਬੜਾ ਖੁਸ਼ ਹੈ ਵੀ ਘੱਟੋ ਘੱਟ ਜਾਣ ਨੂੰ ਤਾਂ ਤਿਆਰ ਹੈ ਨਾ, ਤੇ ਕਾਹਨੂੰ ਮੰਜੀ ਤੇ ਪਾਉਣਾ ਇਹਨੂੰ। ਤੇ ਬਹੁਤਾ ਰੱਬ ਨੂੰ ਮੰਨਣ ਵਾਲੇ ਨੂੰ ਸ਼ਾਇਦ ਰੱਬ ਇਸ ਕਰਕੇ ਮੰਜੀ ਤੇ ਪਾਉਂਦਾ ਵੀ ਜਿੱਦਣ ਕਵੇਂਗਾ ਉਦੋਂ ਲੈ ਕੇ ਜਾਊਂਗਾ। ਫਿਰ ਉਹ ਤੇ ਉਦੋਂ ਹੀ ਕਹੂਗਾ ਜਦੋਂ ਡਾਕਟਰ ਜਵਾਬ ਦੇਣਗੇ, ਉਦੋਂ ਪਹਿਲਾਂ ਨਹੀਂ ਕਹਿੰਦਾ। ਸਭ ਤੋਂ ਵੱਡਾ ਸੱਚ ਹੈ ਮੌਤ ਨੂੰ ਕਬੂਲ ਕਰਨਾ। ਜੇ ਤੁਸੀਂ ਕਹੋ ਨਾ ਅਸੀਂ ਰੱਬ ਨੂੰ ਮੰਨਦੇ ਤੇ ਦੱਸੋ ਤੁਸੀਂ ਮੌਤ ਨੂੰ ਮੰਨਦੇ ਹੋ? ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਭੇਜਿਆ ਪਟਨਾ ਸਾਹਿਬ ਕਿ ਜਾ ਪੁੱਛ ਕੇ ਆ ਮਰਦਾਨਿਆ ਸੱਚ ਕੀ ਤੇ ਝੂਠ ਕੀ ਹੈ। ਤਾਂ ਅੱਗੋਂ ਜਵਾਬ ਕੀ ਮਿਲਿਆ? ਜਵਾਬ ਇਹ ਮਿਲਿਆ ਬਾਬਾ ਮਰਨਾ ਸੱਚ ਹੈ।
ਘੱਟੋ ਘੱਟ ਮੈਂ ਖਾਣ ਪੀਣ ਵਾਲੇ ਬੰਦਿਆਂ ਦੀ ਇੱਕ ਗੱਲ ਜ਼ਰੂਰ ਵੇਖੀ ਵੀ ਉਹਨਾਂ ਨੇ ਇੱਕ ਸੱਚ ਤਾਂ ਕਬੂਲ ਕਰ ਲਿਆ, ਉਹਦਾ ਉਹਨੂੰ ਪਤਾ ਵੀ ਮਰ ਤੇ ਅਸੀਂ ਜਾਣਾ ਹੀ ਹੈ, ਜਾਂ ਤਾਂ ਉਹਨਾਂ ਨੂੰ ਇਹ ਪਤਾ ਵੀ ਖਾ ਪੀ ਕੇ ਮਰਨਾ ਹੀ, ਹੋਰ ਕਰਨਾ ਕੀ ਹੈ। ਇਸ ਕਰਕੇ ਵੀ ਰੱਬ ਸ਼ਾਇਦ ਉਹਨਾਂ ਨੂੰ ਮੰਜੀ ਤੇ ਨਹੀਂ ਪਾਉਂਦਾ, ਕਹਿੰਦਾ ਛੱਡੋ ਪਰਾਂ, ਜਦੋਂ ਖੁਦ ਹੀ ਤਿਆਰ ਹੈ ਤੇ ਮੰਜੀ ਤੇ ਪਾਉਣ ਦੀ ਕੀ ਲੋੜ ਹੈ। ਵੇਖੋ ਨਾ, ਜਿਹੜਾ ਬੰਦਾ ਠਾਣੇ ਨਾ ਤੁਰੇ, ਹੱਥਕੜੀ ਤਾਂ ਉਹਨੂੰ ਲਾਉਣ ਦੀ ਲੋੜ ਹੈ, ਬਾਹਾਂ ਉਹਦੀਆਂ ਪਿੱਛੇ ਬੰਨਣ ਦੀ ਲੋੜ ਹੈ। ਤੇ ਜਿਹੜਾ ਆਪ ਹੀ ਕਵੇ ਚਲੋ ਥਾਣੇਦਾਰ ਸਾਹਿਬ ਮੈਂ ਅੱਗੇ ਚੱਲਦਾ, ਤੇ ਉਹਨੂੰ ਫੜਨ ਦੀ ਵੀ ਲੋੜ ਕੋਈ ਨਹੀਂ। ਕਿਤੇ ਨਾ ਕਿਤੇ ਜਾ ਕੇ ਰੱਬ, ਮੈਂ ਕਹਿੰਦਾ ਵੀ ਉਹਨਾਂ ਤੋਂ ਵੀ ਖੁਸ਼ ਹੈ ਵੀ ਚਲੋ ਘੱਟੋ ਘੱਟ ਸਾਰੀਆਂ ਗੁਨਾਹ ਪਾਪ ਤੇ ਨਾ ਕਰ ਲੈ, ਪਰ ਇੱਕ ਗੱਲ ਤੇ ਤਾਂ ਰਾਜੀ ਨੇ ਨਾ ਵੀ ਚੱਲ ਜੇ ਲੈ ਕੇ ਜਾਣਾ ਹੀ ਤੇ ਲੈ ਜਾ, ਤੇ ਫਿਰ ਕਾਹਨੂੰ ਲੰਮੇ ਪਾ ਕੇ ਖੜਨੇ ਨੇ, ਕਾਹਨੂੰ ਸਰਜਰੀਆਂ ਕਰ ਕਰਕੇ ਖੜਨੇ ਨੇ, ਚਲੋ ਇੱਦਾਂ ਹੀ ਲੈ ਚੱਲਦੇ ਆਪਾਂ। ਰੱਬ ਨੂੰ ਮੰਨਣ ਦਾ ਅਰਥ ਇਹ ਹੈ ਕਿ ਕੀ ਅਸੀਂ ਰੱਬ ਨੂੰ ਹੀ ਸਭ ਤੋਂ ਵੱਡੀ ਸ਼ਕਤੀ ਮੰਨਦੇ ਹਾਂ। ਗੁਰੂ ਉਹ ਹੈ ਜਿਹਨੇ 5 ਵਕਾਰਾਂ ਨੂੰ ਵਸ ਵਿੱਚ ਕੀਤਾ ਹੈ। ਅਸੀਂ ਸਭ 5 ਵਕਾਰਾਂ ਦੇ ਅਧੀਨ ਹਾਂ, ਨਹੀਂ ਤੇ ਧਰਮ ਦੇ ਨਾਂ ਤੇ ਇਤਨੀ ਕਤਲੋਗਾਰਤ ਨਹੀਂ ਹੋ ਸਕਦੀ ਜਿੰਨੀ ਹੋ ਰਹੀ ਹੈ। ਮੈਂ ਤੇ ਫਿਰ ਬੇਨਤੀ ਕਰਾਂ ਵੀ ਕੋਈ ਠੇਕੇ ਦੇ ਬਾਹਰ ਲੜ ਪਵੇ ਤੇ ਗੱਲ ਸਮਝ ਆਉਂਦੀ ਵੀ ਸ਼ਰਾਬ ਪੀਣ ਤੋਂ ਲੜ ਪਏ ਹੋਣਗੇ, ਜਾਂ ਪੀਤੀ ਖਾਦੀ ਨਹੀਂ ਪਤਾ ਲੱਗਾ ਕਿਹਨੇ ਕਿਹਦੀ ਗਾਲ ਕੱਢਤੀ, ਕਿਹਨੇ ਕਿਹਦੀ ਬੇਇੱਜ਼ਤੀ ਕਰਤੀ। ਪਰ ਇੱਥੇ ਕੋਈ ਮੰਦਿਰ ਵਿੱਚੋਂ ਪੂਜਾ ਕਰਕੇ ਆ ਰਿਹਾ, ਕੋਈ ਗੁਰਦੁਆਰੇ ਵਿੱਚੋਂ ਪਾਠ ਕਰਕੇ ਆ ਰਿਹਾ, ਕੋਈ ਮਸਜਿਦ ਵਿੱਚੋਂ ਨਮਾਜ਼ ਪੜ੍ਹ ਕੇ ਆ ਰਿਹਾ, ਕੋਈ ਚਰਚ ਵਿੱਚੋਂ ਪ੍ਰੇਅਰ ਕਰਕੇ ਆ ਰਿਹਾ, ਤੇ ਸੜਕ ਤੇ ਲੜ ਪੈਂਦੇ ਆਪਾਂ। ਕਿਉਂ ਬਈ? ਕਿ ਥੋੜਾ ਬਹੁਤਾ ਵੀ ਸਾਡੇ ਵਿੱਚ ਹੌਸਲਾ, ਐਡਜਸਟਮੈਂਟ, ਸਹਿਣਸ਼ੀਲਤਾ ਵੀ ਚਲੇ ਇੱਕ ਨੇ ਕੁਝ ਕਹਿਤਾ ਤਾਂ ਕੀ ਹੋਇਆ। ਮੈਂ ਖੁਦ ਆਪ ਆਪਣੀ ਗਲਤੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਵੀ ਸੜਕ ਤੇ ਕਾਰ ਲੱਗ ਜਾਣੀ, ਗੁੱਸਾ ਆਉਣਾ, ਥੱਲੇ ਉਤਰ ਕੇ ਖਲੋ ਜਾਣਾ। ਇੱਕ ਬੜੇ ਸਿਆਣੇ ਬੰਦੇ ਨੇ ਕਿਹਾ, ਕਹਿੰਦਾ ਗਿਆਨੀ ਜੀ ਜਾਂ ਤੇ ਸੜਕ ਤੇ ਤੁਰਨਾ ਬੰਦ ਕਰ ਦਿਓ ਤੇ ਜਾਂ ਗੁੱਸਾ ਕਰਨਾ ਬੰਦ ਕਰ ਦਿਓ। ਵੀ ਸੜਕ ਤੇ ਤੁਰੋਗੇ ਤੇ ਗੱਡੀ ਤਾਂ ਲੱਗੇਗੀ, ਤੇ ਲੱਗੇਗੀ ਤੇ ਇੰਸ਼ੋਰੈਂਸ ਠੀਕ ਕਰ ਦੇਗੀ, ਕਿਉਂ ਆਪਣਾ ਟੈਂਪਰ ਲੂਜ਼ ਕਿਉਂ ਕਰਨਾ ਹੈ? ਇੰਸ਼ੋਰੈਂਸ ਪੇ ਕਰ ਦੇਗੀ ਤੁਹਾਨੂੰ। ਕਿਸ ਗੱਲ ਦਾ ਗੁੱਸਾ ਹੈ? ਜਿਹਨੇ ਮਾਰੀ ਉਹਦੀ ਦੁਸ਼ਮਣੀ ਤਾਂ ਕੋਈ ਹੈ ਨਹੀਂ ਤੁਹਾਡੇ ਨਾਲ। ਵਕਤ ਉਹਦਾ ਵੀ ਮਾੜਾ ਹੋਏਗਾ, ਵਕਤ ਤੁਹਾਡਾ ਵੀ ਮਾੜਾ ਹੋਏਗਾ। ਐਕਸੀਡੈਂਟ ਚੰਗੇ ਵਕਤ 'ਚ ਤਾਂ ਕਿਸੇ ਦਾ ਵੀ ਨਹੀਂ ਹੁੰਦਾ, ਸਮਾਂ ਹੀ ਮਾੜਾ ਹੁੰਦਾ ਹੈ। ਕਿਤੇ ਨਾ ਕਿਤੇ ਜਾ ਕੇ ਥੋੜ੍ਹੀ ਬਹੁਤੀ ਸਹਿਣਸ਼ੀਲਤਾ ਤੇ ਤੁਹਾਨੂੰ ਰੱਖਣੀ ਪੈਗੀ ਨਾ। ਤੇ ਜੇ ਧਰਮੀ ਬੰਦੇ ਕੋਲ ਨਹੀਂ ਹੈਗੀ ਤਾਂ ਧਰਮੀ ਤੋਂ ਕਿਉਂ ਆਸ ਕਰਦੇ ਆਪਾਂ ਬਈ? ਆਪਾਂ ਦੁਨੀਆਦਾਰਾਂ ਤੋਂ ਕਿਉਂ ਆਸ ਕਰੀਏ? ਗੁਰੂ ਜਿਨੇ ਸ਼ਬਦ ਦੀ ਕਮਾਈ ਕੀਤੀ ਹੈ, ਗੁਰੂ ਜਿਨੇ 5 ਵਕਾਰ ਆਪਣੇ ਵਸ ਵਿੱਚ ਕੀਤੇ ਨੇ। ਹਾਂਜੀ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਇਹੋ ਜਿਹੇ ਸੰਤਾਂ ਦੇ ਚਰਨਾਂ ਤੇ ਮੇਰੀ ਬੰਦਨਾ ਹੈ ਜਿਨ੍ਹਾਂ ਨੇ 5 ਵਕਾਰ ਆਪਣੇ ਵਸ ਵਿੱਚ ਕੀਤੇ ਨੇ। ਉਹਨਾਂ ਦੇ ਓਟ ਆਸਰੇ ਤੇ ਕਵੀ ਜੀ ਕਹਿੰਦੇ ਮੈਂ ਇਹ ਇਤਿਹਾਸ ਲਿਖਦਾ ਵੀ ਵਾਹਿਗੁਰੂ ਮੇਰਾ ਇਤਿਹਾਸ ਪੂਰਾ ਕਰ ਦੇ। ਹਾਂਜੀ। ਸੁਣ ਗੁਰੂ ਅੰਗਦ ਜੀ ਆਗੇ ਪੁਨ ਕਥਾ ਅਬ, ਬੈਠੇ ਜਗਤੇਸ਼ ਕੋ ਘਟੀ ਤੇ ਥਾਨ ਹੈ। ਹੇ ਗੁਰੂ ਅੰਗਦ ਸਾਹਿਬ, ਅਗਲੀ ਕਥਾ ਸੁਣੋ, ਕਿਉਂਕਿ ਇਹ ਕਥਾ ਸੁਣੀ ਕਿੱਥੇ ਜਾ ਰਹੀ ਹੈ? ਖਡੂਰ ਸਾਹਿਬ। ਸੁਣਾਈ ਕਿੱਥੇ ਜਾ ਰਹੀ ਹੈ? ਖਡੂਰ ਸਾਹਿਬ। ਸੁਣ ਕੌਣ ਰਹੇ ਨੇ? ਗੁਰੂ ਅੰਗਦ ਸਾਹਿਬ। ਸੁਣਾ ਕੌਣ ਰਹੇ ਨੇ? ਭਾਈ ਬਾਲਾ ਜੀ। ਹੋਰ ਵੀ ਸੰਗਤ ਬੜੀ ਬੈਠੀ ਹੈ। ਆਖਿਆ ਹੇ ਪਾਤਸ਼ਾਹ ਅਗਲੀ ਕਥਾ ਸੁਣੋ। ਉਸ ਦੀਵਾਰ ਦੇ ਬਾਹਰ ਜਿੱਥੇ ਗੁਰੂ ਨਾਨਕ ਸਾਹਿਬ ਨੇ ਸ਼ਬਦ ਪੜ੍ਹਿਆ, ਕਉ ਘਟੀ ਤੈ ਥਾਨ ਹੈ। ਕੁਝ ਘੜੀਆਂ ਦਾ ਭਾਵ 23-24 ਮਿੰਟ ਦੀ ਇੱਕ ਘੜੀ ਹੁੰਦੀ ਹੈ। 2 ਹੋਣਗੀਆਂ ਤੇ ਪੌਣਾ ਘੰਟਾ ਹੋ ਗਿਆ, 3-4 ਹੋਣਗੀਆਂ ਤੇ ਘੰਟਾ 1.5 ਘੰਟਾ ਹੋ ਗਿਆ। ਇੰਨਾ ਕੁ ਸਮਾਂ ਉੱਥੇ ਸਤਿਗੁਰੂ ਜੀ ਬੈਠੇ ਨੇ। ਹਾਂਜੀ। ਦੀਨਨ ਕੇ ਦਾਨੀ ਬੋਲੇ ਬਦਨ ਤੇ ਬਾਣੀ ਤਬ, ਦੇਖ ਮਰਦਾਨ ਜਾਂ ਕੋ ਚਾਹਤ ਮਹਾਨ ਹੈ। ਦੀਨਾਂ ਨੂੰ ਦਾਨ ਦੇਣ ਵਾਲੇ, ਗਰੀਬਾਂ ਦੀਆਂ ਝੋਲੀਆਂ ਭਰਨ ਵਾਲੇ ਗੁਰੂ ਨਾਨਕ ਕਹਿਣ ਲੱਗੇ ਜਾ ਫੇ ਮਰਦਾਨਿਆ, ਵੇਖਿਆ ਤੈਨੂੰ ਇੱਛਾ ਹੈ, ਤੇਰੀ ਕਾਂਖਾ ਹੈ, ਅਬਲਾਖਾ ਹੈ ਕਿ ਮੈਂ ਕਾਬਾ ਵੇਖਣਾ ਹੈ, ਕਾਬੇ ਦੀ ਜ਼ਿਆਰਤ ਕਰਨੀ ਹੈ, ਜਾ। ਹਾਂਜੀ। ਸ਼੍ਰੀ ਪ੍ਰਭ ਪੁਨੀਤ ਇਹ ਚਾਰੋਂ ਦੇਸ਼ ਭੀਤ ਕਰੈ,
कहूँ मैं प्रतीत सब तुरक अजान है। ਸ਼੍ਰੀ ਪ੍ਰਭ ਪੁਨੀਤ ਇਹ ਚਾਰੋਂ ਦਿਸ ਭੀਤ ਕਰੇ। ਬਾਬਾ ਚਾਰੇ ਪਾਸੇ ਤੇ ਕੰਧ ਹੈ, ਤੁਸੀਂ ਕਾਬੇ ਸ਼ਰੀਫ ਦੀ ਫੋਟੋ ਵੀ ਵੇਖੋਗੇ ਤੇ ਆਲੇ ਦੁਆਲੇ ਚਾਰ ਦੀਵਾਰੀ ਬਣੀ ਹੋਈ ਹੈ। ਭੀਤ ਕਰੇ ਕਹੂੰ ਮੈਂ ਪ੍ਰਤੀਤ ਸਭ ਤੁਰਕ ਅਜਾਨ ਹੈ। ਕੀ ਬਾਬਾ ਇਹਨਾਂ ਦੇ ਵਿੱਚ ਪ੍ਰਤੀਤ ਨਹੀਂ, ਭਰੋਸਾ ਨਹੀਂ ਵੀ ਰੱਬ ਦੇ ਘਰ ਨੂੰ ਵਲਗਣ ਕਰਨ ਦੀ ਕੀ ਲੋੜ ਹੈ? ਹਾਂਜੀ। कैसी एह रीत कांको पूजे कार प्रीत नार, मोको तो अनीत सी फुरत पाजवान है। हे बाबा ਇਹ ਕਿੱਦਾਂ ਦੀ ਮਰਿਆਦਾ ਇਹਨਾਂ ਦੀ? ਇਹ ਰੀਤ ਕੀ ਹੈ ਇਹਨਾਂ ਦੀ? ਰੀਤ ਕਹਿ ਦਿਓ, ਰੀਤੀ ਰਿਵਾਜ ਕਹਿ ਦਿਓ, ਇਹ ਬੜਾ ਰੋਜ਼ ਦਾ ਸ਼ਬਦ ਹੈ ਆਪਣਾ। ਜਦੋਂ ਅਸੀਂ ਵਿਆਹ ਸ਼ਾਦੀਆਂ ਕਰਦੇ ਤਾਂ ਅਸੀਂ ਪੁੱਛਦੇ ਨੇ ਵੀ ਤੁਹਾਡੇ ਰੀਤੀ ਰਿਵਾਜ ਕੀ ਨੇ ਜੀ, ਦੱਸ ਦਿਓ। ਸਾਡੇ ਜਿਹੜੇ ਹੈਗੇ ਨੇ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ। ਰੀਤ ਮਰਿਆਦਾ, ਤੁਹਾਡਾ ਰੱਖ ਰਖਾਵ, ਤੁਸੀਂ ਕਿੱਦਾਂ ਕਿੱਦਾਂ ਵਿਹਾਰ ਕਰਦੇ ਹੋ, ਉਹਨੂੰ ਆਪਾਂ ਰੀਤ ਕਹਿ ਦਿੰਦੇ ਹਾਂ। ਬਾਬਾ ਇਹਨਾਂ ਦੀ ਰੀਤ ਕੀ ਹੈ? ਕਾਕੋ ਪੂਜੈ ਕਰ ਪ੍ਰੀਤ ਨਰ। ਬਾਬਾ ਫਿਰ ਇਹ ਅੰਦਰ ਪੂਜਾ ਕਾਹਦੀ ਕਰਦੇ ਨੇ? ਮੋਕੋ ਤੋਂ ਅਨੀਤ ਸੀ ਫੁਰਤ ਪਾਜਵਾਨ ਹੈ। ਕੀ ਇਹਨਾਂ ਨੇ ਸਾਰਾ ਕੁਝ ਛੁਪਾ ਕੇ ਜੇ ਤੇ ਨਹੀਂ ਰੱਖਿਆ ਹੋਇਆ ਵੀ ਵਲਗਣ ਜੀ ਲੱਗਦੀ ਹੈ, ਚਾਰ ਦੀਵਾਰੀ ਜੀ ਲੱਗਦੀ ਹੈ ਆਸੇ ਪਾਸੇ? ਹਾਂਜੀ। देखो माध जाओ जैसो बनियो है बनाओ या को, बैन सुन चलियो मरदाना हो लसाए कै। ਸਤਿਗੁਰੂ ਕਹਿਣ ਲੱਗੇ ਮਰਦਾਨਿਆ ਹੁਣ ਜਾ, ਵੇਖ ਜਿੱਥੋਂ ਰਸਤਾ ਮਿਲਦਾ ਉੱਥੋਂ ਚਲੇ ਜਾ। ਜੋ ਬਣਿਆ ਹੁਣ ਤੇਰੇ ਕਹਿਣ ਤੇ ਬਣਨਾ ਕੁਝ ਨਹੀਂ। ਜੋ ਬਣਿਆ ਦੁਨੀਆ ਜਾਂਦੀ ਹੈ, ਲੋਕ ਅੱਜ ਕਰਦੇ ਨੇ, ਤੂੰ ਵੀ ਕਰਿਆ। ਦੇਖੋ ਮੱਧ ਜਾਓ, ਜਾਓ ਅੰਦਰ ਜਾਓ। ਜੈਸੋ ਬਣਿਓ ਹੈ ਬਣਾਓ ਜਾ ਕੋ, ਬੈਣ ਸੁਣ ਚੱਲਿਓ ਮਰਦਾਨਾ ਹੁਲਸਾਇਕ ਹੈ। ਭਾਈ ਮਰਦਾਨਾ ਖੁਸ਼ ਹੋ ਕੇ ਤੁਰਿਆ ਵੀ ਚਲੋ ਮੇਰੇ ਮਨ ਦੀ ਮੁਰਾਦ ਪੂਰੀ ਹੋਣ ਲੱਗੀ ਹੈ। ਹਾਂਜੀ। गयो जब पौर तहाँ बैसे है मजोर कहे, इहाँ कर काज देहो आगे कर जाए कै। ਅੱਗੇ ਮਜੌਰ ਬੈਠੇ ਸੀ, ਜਿਵੇਂ ਆਪਾਂ ਗੁਰਦੁਆਰੇ ਦੇ ਬਾਹਰ ਸੇਵਾਦਾਰ ਖੜੇ ਕਰਦੇ ਹਾਂ। ਕਿਤੇ ਉਹ ਕਹਿ ਦਿੰਦੇ ਨੇ ਜੀ ਇਹ ਵਾਚਮੈਨ ਖਲੋਤੇ ਨੇ, ਕੋਈ ਕਹਿੰਦਾ ਜੀ ਇਹ ਪਹਿਰੇਦਾਰ ਖਲੋਤੇ ਨੇ, ਕੋਈ ਕਹਿੰਦਾ ਜੀ ਇਹ ਵਲੰਟੀਅਰ ਖਲੋਤੇ ਨੇ, ਕੋਈ ਕਹਿੰਦਾ ਜੀ ਇਹ ਸੇਵਕ ਖਲੋਤੇ ਨੇ। ਨਾ ਇਹ ਵੱਖਰੇ ਵੱਖਰੇ ਜੋ ਮਰਜ਼ੀ ਕਹਿ ਦਿਓ। ਉਹ ਮਜੌਰ ਖਲੋਤੇ ਸੀ, ਉਹਨਾਂ ਨੇ ਕਿਹਾ ਵੀ ਖਲੋ ਬਈ, ਖਲੋ ਖਲੋ ਖਲੋ। ਕਿੱਧਰ ਚੱਲਿਆ? ਕਹਿੰਦਾ ਜੀ ਅੰਦਰ ਚੱਲਿਆ। ਕਹਿੰਦਾ ਅੰਦਰ ਜਾ ਕੇ ਕੀ ਕਰਨਾ ਹੈ ਤੂੰ? ਜੋ ਅੰਦਰ ਕਰਨਾ ਹੈ ਪਹਿਲੇ ਇੱਥੇ ਕਰਕੇ ਦੱਸ। ਸ਼ਾਇਦ ਉਹ ਗਾਈਡ ਕਰਦੇ ਹੋਣਗੇ ਕਿ ਅੰਦਰ ਜਾ ਕੇ ਕੋਈ ਬੰਦਾ ਮਿਸਟੇਕ ਗਲਤੀ ਨਾ ਕਰੇ। ਜਿਵੇਂ ਹੁਣ ਸਾਡੇ ਵੀ ਹੈ, ਤੁਸੀਂ ਵੇਖੋ ਨਾ, ਬੰਦੇ ਅੰਦਰ ਆ ਕੇ ਫੋਟੋਆਂ ਖਿੱਚਣ ਲੱਗ ਜਾਂਦੇ ਨੇ। ਨਹੀਂ ਉਹਨਾਂ ਨੂੰ ਪਤਾ ਨਵੇਂ ਬੰਦੇ ਨੂੰ, ਤੇ ਉਹ ਸ਼ਾਇਦ ਇਸ ਗੱਲ ਦੀ ਪਹਿਰੇਦਾਰੀ ਕਰਦੇ ਨੇ। ਉਹਨਾਂ ਮਜੌਰਾਂ ਨੇ ਭਾਈ ਮਰਦਾਨੇ ਨੂੰ ਰੋਕ ਲਿਆ। ਕਹਿਣ ਲੱਗੇ ਬਈ ਜੋ ਅੰਦਰ ਜਾ ਕੇ ਕਰਨਾ ਬਾਹਰ ਕਰਕੇ ਦੱਸ। ਪਹਿਲਾਂ ਅੰਦਰ ਕੀ ਕਰੇਗਾ ਜਾ ਕੇ? ਭਾਵ ਤੈਨੂੰ ਪਤਾ ਅੰਦਰ ਜਾ ਕੇ ਕੀ ਕਰਨਾ? ਇਹਦਾ ਅਰਥ ਇਹ ਹੈ। ਹਾਂਜੀ। हाँ तो रक मोको आगे क्यों न जान दे हो, दरस परस हट आवो सुख पाए कै। ਮਰਦਾਨਾ ਕਹਿਣ ਲੱਗਾ ਮੈਂ ਮੁਸਲਮਾਨ ਆ, ਮੈਂ ਮੁਸਲਮਾਨ ਆ, ਮੈਨੂੰ ਕਿਉਂ ਰੋਕਦੇ ਹੋ? ਮੁਸਲਮਾਨ ਤੇ ਜਾ ਸਕਦਾ ਹੈ। ਅੰਦਰ ਜਾਵਾਂਗਾ, ਦਰਸ਼ਨ ਕਰਾਂਗਾ ਤੇ ਵਾਪਸ ਆ ਜਾਵਾਂਗਾ। ਹਾਂਜੀ। देख न रजाए नहीं हम हूँ ते जाए तहाँ, ਆਖੇ ਦੋ ਬਾਂਦੇ ਕਰ ਬੰਦੇ ਸੀ ਸੁਨਾਏ ਕੈ। ਉਹ ਕਹਿਣ ਲੱਗੇ ਵੀ ਨਹੀਂ, ਸਾਨੂੰ ਤਾਂ ਠੀਕ ਨਹੀਂ ਲੱਗਦਾ ਕਿ ਤੂੰ ਮੁਸਲਮਾਨ ਹੈ। ਉਹ ਜਾਂ ਫਿਰ ਕਹਿੰਦੇ ਹੋਣੇ ਵੀ ਇੱਥੇ ਕਲਮਾ ਪੜ੍ਹ ਕੇ ਵਿਖਾ, ਕੋਈ ਨਮਾਜ਼ ਪੜ੍ਹ ਕੇ ਵਿਖਾ। ਕਹਿਣ ਲੱਗੇ ਇੱਦਾਂ ਕਰਦੇ, ਤੇਰੀਆਂ ਅੱਖਾਂ ਬੰਨ੍ਹ ਦਿੰਦੇ ਆ, ਅੱਖਾਂ ਦੇ ਉੱਤੇ ਕੱਪੜਾ ਬੰਨ੍ਹ ਦਿੰਦੇ ਆ ਤੇ ਚਲੇ ਜਾ ਅੰਦਰੋਂ, ਤੁਰ ਫਿਰ ਕੇ ਵਾਪਸ ਆ ਜਾ। ਤੇ ਪਰ ਤੂੰ ਵੇਖ ਨਹੀਂ ਸਕਦਾ, ਭਾਵੇਂ ਕਿ ਤੂੰ ਦਰਸ਼ਨ ਨਹੀਂ ਕਰ ਸਕਦਾ। ਹਾਂਜੀ। ਐਸੇ ਸੁਨ ਬੈਨ ਮੁਰ ਜਾਨੋ ਹਟ ਆਇਓ ਟਿਗ, ਗੁਰੂ ਮੁਸਕਾਨੇ ਮਰਦਾਨੇ ਦੇਖਿਓ ਥਾਨ ਕੋ। ਹਾਂ ਤੂੰ ਦੋ ਹੱਥ ਜੋੜ ਕੇ ਮੱਥਾ ਤਾਂ ਟੇਕ ਸਕਦਾ ਹੈ ਅੰਦਰ, ਪਰ ਵੇਖ ਨਹੀਂ ਸਕਦਾ। ਸਾਨੂੰ ਤੇਰੀਆਂ ਅੱਖਾਂ ਤੇ ਪੱਟੀ ਬੰਨਣੀ ਪੈਗੀ।
ਭਾਈ ਮਰਦਾਨਾ ਮੁਰਝਾਇਆ ਹੋਇਆ ਸਤਿਗੁਰੂ ਜੀ ਕੋਲ ਵਾਪਸ ਆ ਗਿਆ ਤੇ ਅੱਗੋਂ ਸਤਿਗੁਰੂ ਹੱਸ ਕੇ ਪੁੱਛਦੇ ਨੇ ਵੀ ਮਰਦਾਨਿਆ ਜਾਰਤ ਹੋ ਗਈ, ਯਾਤਰਾ ਹੋ ਗਈ ਤੇਰੀ, ਹੱਜ ਹੋ ਗਿਆ ਪੂਰਾ? ਹਾਂਜੀ। कह नहीं जानते हैं कैसे देखो जाए तहाँ जाए ते मजौर नैन बांधे टीठहान को। ਬਾਬਾ ਕਿਵੇਂ ਜਾਵਾਂ, ਉਹ ਤੇ ਅੰਦਰ ਜਾਣ ਹੀ ਨਹੀਂ ਦਿੰਦੇ। ਜੇ ਮੈਂ ਜਾਣਾ ਚਾਹੁੰਦਾ ਤੇ ਮਜੌਰ ਕਹਿੰਦੇ ਨੇ ਵੀ ਤੇਰੀਆਂ ਅੱਖਾਂ ਤੇ ਪੱਟੀ ਬੰਨ੍ਹ ਦੇਣੀ ਹੈ। ਭਾਵ ਪੱਟੀ ਬੱਧੀ ਹੋਈ ਅੱਖਾਂ ਤੇ, ਫਿਰ ਤੂੰ ਅੰਦਰ ਜਾਣਾ ਚਾਹੁੰਦਾ ਤੇ ਕੋਈ ਤੈਨੂੰ ਫੜ ਕੇ ਲੈ ਜਾਵੇ ਤੇ ਵਿਖਾ ਘੁਮਾ ਕੇ ਲੈ ਆਵੇ, ਪਰ ਖੁੱਲੀਆਂ ਅੱਖਾਂ ਨਾਲ ਅਸੀਂ ਤੈਨੂੰ ਅੰਦਰ ਨਹੀਂ ਜਾਣ ਦਿੰਦੇ। ਉਹਨਾਂ ਨੇ ਬਾਬਾ ਇਜਾਜ਼ਤ ਨਹੀਂ ਦਿੱਤੀ ਮੈਨੂੰ। ਹਾਂਜੀ। संग तुम आए बिना देखे एह जावे अब रहे पछतावों पेद होए ना लखान को। संग तुम आए बिना देखे एह जावे अब बाबा मैं तुहाडे नाल आया ते बिना वेखे तो काबे नूं मक्के नूं मैं वापस मुड़ जावां। रहे पछतावो भेद होए ना लखान को, सारी उम्र मेरे मन विच पछतावा रहेगा। पर यह गल मैं किवें मन लवां भी तुहाडे नाल आवां ते मेरा काम पूरा ना होवे, किसी दी इच्छा पूरी ना होवे, किसी दा मनोरथ किसी दी मनशा ना पूरी होवे। हाँ जी। फिर कब देखो जे ना अब देखियो जाए प्रभ मक्को देख राए पुन दीजे प्रस्थान को। बाबा फिर कदों मैनू इत्थे लैके आओगे, कदों फिर मैनू इहदा काबे दा दर्शन होएगा, कदों मैं फिर मुड़ के आवांगा। मोको दिखराए पुन कीजे प्रस्थान को। ते मेरी बेनती है भी चलण तो पहला एक बारी विखा दिओ, एक बारी मैनू दर्शन करा दिओ अंदरों। हाँ जी। देखन चाहे विशाल इति तुझ जाए पिखो अब कै मरदाना। सतगुरु त्रुठे कहन लगे जा मरदानिया, जे इन्नी इच्छा है तो जा हुण तैनू कोई नहीं रोकेगा। हाँ जी। देख सके ना मुजावर तोहे को अंतर जाहो निशंक सो जाना। जा मरदानिया तैनू वेख ही नहीं सकणगे, रोकणगे की तैनू, कोई मजौर नहीं तेनू रोकेगा, कोई मजावर नहीं रोकेगा। जाओ। देख सके ना मजावर तोहे को अंतर जाहो निशंक सुजाना। बिल्कुल निशंक हो के, शंके तो रहत, कोई तेनू वेखेगा ही नहीं। हाँ जी। आए सुधार लाई सिर पैसो न बैन वडो मन में हर खाना। गुरु दी आग्या लई सिर ते मन्नी, गुरु दा हुक्म सिर मन के भाई मरदाना तुरिया। वडो मन है हर खाना, मन विच खुशी बड़ी है, इच्छा सी पूरी हो गई। हाँ जी। अंतर ताहे प्रवेश करा सब अंध पाए नह काहूं लखाना। हुण जदों भाई मरदाना आया तो सीधा ही अंदर चला गया, ना किसी ने वेख्या, ना किसी ने रोकया, ना किसी ने टोकया। हाँ जी। अंतर जाए कै देख तो क्या एक पाहन मूरत पूर थरी। अंदर जाके की वेख्या, एक पत्थर दा वजूद है काबे दे अंदर, जिहड़ी उत्थे वस्तु रखी गई है उन्हों संग असवद कहते हैं। संगे मुबारक भी कहते हैं। अंदर जाके की वेख्या, उत्थे कोई मूर्ति नहीं है, उत्थे कोई ग्रंथ नहीं है, उत्थे एक काले रंग का पत्थर है। भाई मरदाने ने जाके वेख्या, अंतर जाए के देखत क्या एक पाहन मूरत पूर धरी। हाँ जी। तूषण होने के साथ वही टिग आयो तब जह बैठे हरी। जिन्ने भी हाजी हज करन जाते ने वध तो वध ये कि उन्होंने जाके ये अपने मूँह नाल चुमते ने, वापस मुड़ आउंदे ने, उदी उसे दी यात्रा होंदी है। भाई मरदाने ने वेख्या
ਵੇਖ ਕੇ ਦਰਸ਼ਨ ਕਰਕੇ ਬਾਹਰ ਆ ਗਿਆ, ਸਤਿਗੁਰੂ ਜੀ ਕੋਲ ਪਹੁੰਚ ਗਿਆ। ਹਾਂਜੀ। ਬੂਝਤ ਫੇ ਮਨ ਕੋ ਜੋ ਮਨੋਰਥ, ਪੂਰਨ ਕੀਨ ਅਬੈ ਕੀ ਬਰੀ। ਸਤਿਗੁਰੂ ਕਹਿਣ ਲੱਗੇ, ਕਿਉਂ ਮਰਦਾਨਿਆ, ਮਨ ਦੀ ਗੱਲ ਪੂਰੀ ਹੋ ਗਈ, ਇੱਛਾ ਪੂਰੀ ਹੋ ਗਈ, ਕਾਮਨਾ ਪੂਰੀ ਹੋ ਗਈ, ਖੁਸ਼ ਹੈ ਹੁਣ, ਜੋ ਤੂੰ ਚਾਹੁੰਦਾ ਸੀ ਤੈਨੂੰ ਮਿਲ ਗਿਆ। ਹਾਂਜੀ। ਕੈਸੇ ਬਿਲੋਕਨ ਕੀਨ ਕਹੋ, ਮਰਦਾਨੇ ਤਬੈ ਗੁਰ ਸੋ ਉਚਰੀ। ਸਤਿਗੁਰੂ ਕਹਿਣ ਲੱਗੇ, ਮਰਦਾਨਿਆਂ ਵੇਖਿਆ ਕੀ, ਦਿਸਿਆ ਕੀ ਹੈ, ਅੰਦਰ ਜਾ ਕੇ ਤੂੰ ਕੀ ਮਹਿਸੂਸ ਕੀਤਾ, ਦੱਸ ਤਾਂ ਸਹੀ, ਅੰਦਰ ਹੈ ਕੀ ਸੀ। ਹਾਂਜੀ। ਕਛੁ ਨ ਤਹਾਂ ਇੱਕ ਪਾਹਨ ਹੈ ਲਾਹਾ ਵੱਡ, ਜਾਂ ਕੋ ਜੋ ਮਤ ਪ੍ਰਸੰਗ ਮੋਕੋ ਪਾਖ ਕੈ ਸੁਣਾਈਐ। ਭਾਈ ਮਰਦਾਨਾ ਕਹਿਣ ਲੱਗਾ, ਜੀ ਅੰਦਰ ਤੇ ਇੱਕ ਪੱਥਰ ਹੈ ਕਾਲੇ ਰੰਗ ਦਾ, ਬਾਕੀ ਮੈਂ ਤਾਂ ਕੁਝ ਵੇਖਿਆ ਨਹੀਂ। ਰਹੀ ਗੱਲ ਇੱਥੋਂ ਦੇ ਇਤਿਹਾਸ ਦੀ, ਇੱਥੋਂ ਦੀ ਹਿਸਟਰੀ ਦੀ, ਇੱਥੋਂ ਦੀ ਤਵਾਰੀਖ ਦੀ, ਉਹ ਬਾਬਾ ਤੁਸੀਂ ਸੁਣਾ ਦਿਓ, ਤੁਹਾਡੇ ਤੋਂ ਵੱਧ ਕਿਹਨੂੰ ਪਤਾ ਹੋ ਸਕਦਾ ਹੈ। ਹਾਂਜੀ। ਭਇਓ ਕੈਸੇ ਥਾਨ ਜਾਂ ਕੀ ਮਾਨਤਾ ਮਹਾਨ ਨਹੀਂ, ਦੇਖਤ ਦਰਸ ਕਿਉਂ ਹੈ ਨਾਨ ਮੁੰਦ ਜਾਈਐ। ਭਇਓ ਕੈਸੇ ਥਾਨ, ਇਹ ਜਗ੍ਹਾ ਬਣੀ ਕਿਵੇਂ ਹੈ, ਇਹ ਪਵਿੱਤਰ ਸਥਾਨ ਜਿਹੜਾ ਹੈ ਇਹਦੀ ਹੋਂਦ ਕਿਵੇਂ ਬਣੀ ਹੈ, ਇਹ ਬਣਾਇਆ ਕਿਸ ਨੇ ਜਾਂ ਕਿਵੇਂ ਬਣ ਗਿਆ, ਏਡਾ ਵੱਡਾ ਤੀਰਥ ਕਿੱਦਾਂ ਬਣ ਗਿਆ, ਏਡੀ ਵੱਡੀ ਲੋਕਾਂ ਦੀ ਆਸਥਾ ਇੱਥੇ ਕਿਵੇਂ ਆ ਗਈ। ਭਇਓ ਕੈਸੇ ਥਾਨ ਜਾਂ ਕੀ ਮਾਨਤਾ ਮਹਾਨ, ਮਾਨਤਾ ਕਿੰਨੀ ਵੱਡੀ, 80 ਮੁਲਕਾਂ ਦੇ ਲੋਕ ਸਾਊਦੀ ਅਰੇਬੀਆ ਵਿੱਚ ਜਾਂਦੇ ਨੇ ਸਿਰਫ ਉੱਥੇ ਹੱਜ ਕਰਨ ਵਾਸਤੇ। ਤੇ ਸਾਊਦੀ ਅਰੇਬੀਆ ਦੀ ਸਾਰੇ ਮੁਲਕਾਂ ਨਾਲ ਬਣਦੀ ਤਾਂ ਹੈ ਨਹੀਂ, ਕਿਉਂਕਿ ਉਹ ਤਾਂ ਪ੍ਰੋ ਅਮਰੀਕਨ ਹੈ। ਜਿਹੜੇ ਸਾਊਦੀ ਅਰੇਬੀਆ ਵਾਲੇ ਨੇ ਉਹ ਤਾਂ ਅਮਰੀਕਾ ਦੇ ਨਾਲ ਨੇ, ਉਹ ਹੋ ਗਏ ਸਪੇਨ ਵਾਲੇ, ਹੋ ਗਏ ਬੜੇ ਮੁਲਕ ਨੇ ਜਿਹੜੇ ਅਮਰੀਕਾ ਨਾਲ ਚੱਲਦੇ ਨੇ, ਬੜੇ ਮੁਲਕ ਨੇ ਜਿਹੜੇ ਅਮਰੀਕਾ ਦੇ ਵਿਰੋਧ ਵਿੱਚ ਵੀ ਚੱਲਦੇ ਨੇ। ਹੁਣ ਇੱਥੇ ਏਡਾ ਵੱਡਾ ਅਸਥਾਨ ਹੈ ਕਿ ਹਰ ਮੁਲਕ ਦਾ ਮੁਸਲਮਾਨ ਜਿਹੜਾ ਹੈ, ਜਾਂ ਇਉਂ ਵੀ ਕਹੀਏ ਵੀ ਉਹਦੀ ਅੰਤਮ ਇੱਛਾ ਇਹੋ ਹੀ ਹੋਏਗੀ ਕਿ ਮੈਂ ਇੱਕ ਵਾਰੀ ਕਾਬੇ ਜ਼ਰੂਰ ਜਾਣਾ ਹੈ। ਜਿਵੇਂ ਸਾਡੀ ਹੈ ਕਿ ਅਸੀਂ ਇੱਕ ਵਾਰੀ ਤਾਂ ਦਰਬਾਰ ਸਾਹਿਬ ਜ਼ਰੂਰ ਜਾਣਾ ਹੈ। ਜਿਹੜੇ ਬਾਹਰਲੇ ਮੁਲਕਾਂ 'ਚ ਬੈਠੇ ਨੇ, ਜਿਨ੍ਹਾਂ ਦੇ ਬੱਚੇ ਸਭ ਰਿਸ਼ਤੇਦਾਰ ਭੈਣ ਭਰਾ ਚਲੇ ਗਏ, ਜ਼ਮੀਨਾਂ ਘਰ ਸਭ ਇੱਥੋਂ ਉਹ ਛੱਡ ਗਏ ਜਾਂ ਵੇਚ ਗਏ ਜਾਂ ਖਤਮ ਹੋ ਗਿਆ, ਜੇ ਉਹਨਾਂ ਨੂੰ ਵੀ ਪੁੱਛੀਏ ਵੀ ਇੰਡੀਆ ਕਦੋਂ ਆਉਣਾ ਹੈ, ਉਹ ਕਹਿੰਦੇ ਇੰਡੀਆ ਗਿਆਨੀ ਜੀ ਕਾਹਦੇ ਲਈ ਆਉਣਾ ਹੈ, ਕੋਈ ਹੈ ਤੇ ਨਹੀਂ ਆਪਣਾ ਉੱਥੇ, ਪਰ ਉਹਦਾ ਇੱਛਾ ਹੈ ਵੀ ਕਿਸੇ ਵੇਲੇ ਆਈਏ ਤੇ ਦਰਬਾਰ ਸਾਹਿਬ ਮੱਥਾ ਟੇਕੀਏ। ਇੱਕ ਇੱਛਾ ਫਿਰ ਵੀ ਹੈ, ਜਿਵੇਂ ਸਾਡੀ ਦਰਬਾਰ ਸਾਹਿਬ ਨਾਲ ਹੈ, ਮੁਸਲਮਾਨਾਂ ਦੀ ਕਾਬੇ ਨਾਲ ਹੈ। ਭਾਈ ਮਰਦਾਨਾ ਪੁੱਛਦਾ ਹੈ ਵੀ ਇਹਦੀ ਇੰਨੀ ਮਹਾਨਤਾ ਕਿਉਂ ਹੈ, ਨਹੀਂ ਦੇਖਤ ਦਰਸ਼ ਕਿਉਂ ਹੈ ਨੈਣ ਮੂੰਦ ਜਾਈਏ। ਤੇ ਇਹ ਕਈ ਲੋਕਾਂ ਨੂੰ ਉਹ ਉੱਥੇ ਵੇਖਣ ਵੀ ਨਹੀਂ ਦਿੰਦੇ, ਅੱਖਾਂ ਬੰਨ੍ਹ ਦਿੰਦੇ ਨੇ। ਹਾਂਜੀ। ਤੁਰਕ ਕਹਿਤ ਬੁੱਤ ਪ੍ਰਸਤੀ ਨਾ ਕੀ ਜੈ ਅਬ, ਜਾਂ ਕੋ ਅਬ ਖੇਕ ਕਤ ਹੈ ਸਭੇ ਸਿਰ ਨਾਈਐ। ਬਾਬਾ ਮੁਸਲਮਾਨ ਕਹਿੰਦੇ ਨੇ ਵੀ ਪੱਥਰ ਦੀ ਪੂਜਾ ਨਹੀਂ ਕਰਨੀ ਚਾਹੀਦੀ। ਸ਼ਾਇਦ ਆਪ ਜੀ ਨੇ ਸ਼ਬਦ ਸੁਣਿਆ ਹੋਵੇ ਕਿ ਜਿਹੜਾ ਇਸਲਾਮ ਹੈ ਇਹ ਬੁੱਤ ਸ਼ਿਕਨ ਹੈ। ਹਿੰਦੂ ਧਰਮ ਜਿਹੜਾ ਬੁੱਤ ਪ੍ਰਸਤ ਹੈ, ਥਾਂ ਥਾਂ ਤੇ ਮੂਰਤੀਆਂ। ਹੁਣ ਤਾਂ ਸਾਡੇ 'ਚ ਵੀ ਰਿਵਾਜ ਆ ਗਿਆ ਵੀ ਅਸੀਂ ਵੀ ਮੂਰਤੀਆਂ ਲਾਉਂਦੇ ਹਾਂ। ਇਹ ਸਾਡਾ ਵੇਖਾ ਵੇਖੀ ਦਾ ਇੱਕ ਪ੍ਰਚਲਨ ਹੈ, ਪਰ ਤਕਰੀਬਨ ਉਹਨਾਂ ਮੂਰਤੀਆਂ ਦਾ ਇੱਕ ਦਿਨ ਤੋਂ ਬਗੈਰ ਕਿ ਜਿੱਦਣ ਕੋਈ ਖਾਸ ਜਿਹਦੀ ਮੂਰਤੀ ਲੱਗੀ ਹੋਵੇ, ਉਹਦਾ ਜਨਮ ਦਿਨ ਹੋਵੇ ਜਾਂ ਉਹਦੀ ਬਰਸੀ ਹੋਵੇ, ਉਹਦਾ ਵਿਚਾਰੀ ਦਾ ਇਸ਼ਨਾਨ ਹੁੰਦਾ ਹੈ, ਉਹਦਾ ਹਾਰ ਸ਼ਿੰਗਾਰ ਵੀ ਹੁੰਦਾ, ਉਹਨੂੰ ਫੁੱਲ ਬੂਟੇ ਵੀ ਲੱਗਦੇ ਨੇ। ਅੱਗੋਂ ਪਿੱਛੋਂ ਤੇ ਤੁਸੀਂ ਵੇਖੋਗੇ ਪੰਛੀ ਬੈਠ ਕੇ ਬਿਠਾ ਕਰਦੇ ਨੇ। ਜੇ ਤੁਸੀਂ ਬੁੱਤ ਲਾਉਣੇ ਹੀ ਨੇ ਤੇ ਫਿਰ ਤੁਹਾਨੂੰ ਉਹਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਵੀ ਚੁੱਕਣੀ ਚਾਹੀਦੀ ਹੈ। ਇਸ ਗੱਲ ਦਾ ਧਿਆਨ ਰੱਖਣਾ ਇਹ ਹਰ ਅਨੁਯਾਈ ਦਾ, ਪੈਰੋਕਾਰ ਦਾ ਇਹ ਫਰਜ਼ ਬਣਦਾ ਹੈ ਕਿ ਉਹ ਇਸ ਗੱਲ ਦਾ ਵੀ ਖਿਆਲ ਕਰੇ।
ਕਿ ਕੀ ਉਹਦਾ ਅਨਾਦਰ ਤੇ ਨਹੀਂ ਹੁੰਦਾ, ਉਹਦਾ ਅਪਮਾਨ ਤੇ ਨਹੀਂ ਹੁੰਦਾ। ਭਾਈ ਮਰਦਾਨਾ ਕਹਿਣ ਲੱਗਾ, ਬਾਬਾ ਇਹ ਕੀ, ਮੁਸਲਮਾਨ ਤੇ ਕਹਿੰਦੇ ਨੇ ਵੀ ਬੁੱਤ ਪ੍ਰਸਤੀ ਨਹੀਂ ਕਰਨੀ। ਤੁਰਕ ਕਹਿਤ ਬੁੱਤ ਪ੍ਰਸਤੀ ਨਾ ਕੀਜੈ ਅਬ, ਜਾਂ ਕੋ ਅਬ ਖੇਕਤ ਹੈ ਸਭੇ ਸਿਰ ਨਾਈ ਹੈ। ਕਹਿਣ ਲੱਗਾ ਜੀ ਮੈਂ ਤੇ ਵੇਖ ਕੇ ਆਇਆ ਕਿ ਹਰ ਮੁਸਲਮਾਨ ਉੱਥੇ ਪੱਥਰ ਨੂੰ ਮੱਥਾ ਟੇਕ ਰਿਹਾ। ਫਰਕ ਇੰਨਾ ਹੀ ਹੈ ਵੀ ਮੂਰਤੀ ਘੜੀ ਹੁੰਦੀ ਹੈ, ਇਹ ਪੱਥਰ ਜਿਹੜਾ ਹੈ ਇਹ ਵੱਡਾ ਸਾਰਾ ਗੋਲ ਜਿਹਾ ਪੱਥਰ ਹੈ, ਉੱਦਾਂ ਹੀ ਪਿਆ ਹੈ, ਉਹਦੀ ਕੋਈ ਮੂਰਤੀ ਕੋਈ ਉਹਦੀ ਤਸਵੀਰ ਨਹੀਂ ਘੜੀ ਗਈ। ਹਾਂਜੀ। ਜਾਨਤੋ ਹੋ ਸਭੈ ਬੇਦ ਦਇਆ ਕੀਜੈ ਦਇਆ ਨਿਦ, ਰਿਦ ਸਿਧ ਦੇਨ ਹਾਰ ਸੰਸੈ ਕੋ ਮਿਟਾਈਐ। ਬਾਬਾ ਤੁਸੀਂ ਜਾਣਦੇ ਹੋ ਤੇ ਮੈਨੂੰ ਵੀ ਸਮਝਾ ਦਿਓ ਵੀ ਮਾਜਰਾ ਕੀ ਹੈ, ਭੇਦ ਕੀ ਹੈ ਇਹਦੇ ਵਿੱਚ, ਇਸ ਤਰ੍ਹਾਂ ਕਿਉਂ ਹੈ। ਜਿਹੜਾ ਧਰਮ ਮੂਰਤੀਆਂ ਤੋੜਦਾ ਹੋਵੇ, ਤੁਸੀਂ ਜਿੰਨੇ ਬਾਹਰਲੇ ਹਮਲਾਵਰ ਇੰਡੀਆ ਆਏ ਸੁਣੇ, ਭਾਰਤ ਆਏ ਸੁਣੇ, ਹਿੰਦੁਸਤਾਨ ਆਏ ਸੁਣੇ, ਉਹਨਾਂ ਦੀਆਂ ਤਿੰਨ ਹੀ ਗੱਲਾਂ ਤੁਸੀਂ ਸੁਣੀਆਂ ਹੋਣਗੀਆਂ। ਇੱਕ, ਉਹਨਾਂ ਨੇ ਇੱਥੋਂ ਦਾ ਧਨ ਲੁੱਟਿਆ। ਇੱਕ, ਉਹਨਾਂ ਨੇ ਇੱਥੋਂ ਦੀਆਂ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਜਾਂ ਨਾਲ ਹੀ ਚੁੱਕ ਕੇ ਲੈ ਗਏ। ਤੇ ਤੀਜਾ, ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਮੰਦਰਾਂ ਚੋਂ ਵੀ ਸੋਨਾ ਪੈਸਾ ਲੁੱਟਣ ਤੋਂ ਬਾਅਦ ਇਹ ਨਹੀਂ ਵੀ ਚਲੋ ਲੁੱਟ ਲਿਆ ਤੇ ਜਾਓ, ਫਿਰ ਉਹ ਜਾਂਦੇ ਜਾਂਦੇ ਮੂਰਤੀਆਂ ਵੀ ਤੋੜ ਕੇ ਜਾਂਦੇ ਸੀ। ਉਹ ਕਹਿੰਦੇ ਸੀ ਵੀ ਨਹੀਂ, ਇਸਲਾਮ ਮੂਰਤੀ ਦੇ ਹੱਕ 'ਚ ਨਹੀਂ ਹੈਗਾ। ਭਾਈ ਮਰਦਾਨਾ ਕਹਿੰਦਾ, ਬਾਬਾ ਇਹ ਆਪ ਪੱਥਰ ਆ ਕੇ ਬੈਠੇ ਨੇ, ਦੂਜਿਆਂ ਨੂੰ ਕਹਿੰਦੇ ਵੀ ਤੁਸੀਂ ਪੱਥਰਾਂ ਦੀ ਪੂਜਾ ਨਹੀਂ ਕਰਨੀ। ਤੇ ਇਸ ਕਰਕੇ ਜਾਨਤ ਹੋ ਸਭੇ ਬਿਦ ਦਇਆ ਕੀਜੀਏ ਦਇਆ ਨਿਧ, ਰਿੱਧ ਸਿੱਧ ਦੇਣ ਹਾਰ ਸੰਸੇ ਕੋ ਮਟਾਈ ਹੈ। ਰਿਧੀਆਂ ਸਿੱਧੀਆਂ ਦੇਣ ਵਾਲਿਆ ਦਾਤਾ, ਮੇਰੀ ਇਹ ਸ਼ੰਕਾ ਤੇ ਮਟਾ ਵੀ ਇਹ ਭੇਦ ਕੀ ਹੈ, ਮਾਜਰਾ ਕੀ ਹੈ। ਹਾਂਜੀ। ਸ੍ਰੀ ਗੁਰੂ ਅਲਾਏ ਪਾਜ ਰਾਖਤ ਦੁਹਰਾਏ ਇਹ, ਆਦ ਕੈ ਪ੍ਰਸੰਗ ਕਹੋ ਸੋ ਸੁਣ ਲੀਜੀਐ। ਸਤਿਗੁਰੂ ਕਹਿਣ ਲੱਗੇ ਵੀ ਸੁਣ, ਅਸਲ ਵਿੱਚ ਇਹ ਗੱਲ ਇਸਲਾਮ ਵਾਲੇ ਵੀ ਨਹੀਂ ਦੱਸਦੇ। ਉਹ ਲਬਾਂ ਕਿਉਂ ਕੱਟਦੇ ਨੇ ਕੋਈ ਚਰਚਾ ਨਹੀਂ ਕਰਦਾ। ਛਾਤੀ ਦੇ ਵਾਲ ਕਿਉਂ ਕੱਟਦੇ ਨੇ ਕੋਈ ਚਰਚਾ ਨਹੀਂ ਕਰਦਾ। ਦਾੜੀ ਨਹੀਂ ਕੱਟਦੇ, ਮੁੱਛਾਂ ਕੱਟਦੇ ਨੇ। ਪਜਾਮਾ ਉੱਚਾ ਕਿਉਂ ਪਾਉਂਦੇ ਨੇ ਗਿੱਟਿਆਂ ਤੋਂ ਉੱਪਰ। ਹੁਣ ਤੇ ਸਾਡੀਆਂ ਭੈਣਾਂ ਵੀ ਇਦਾਂ ਦੇ ਕੱਪੜੇ ਪਾਉਣ ਲੱਗ ਗਈਆਂ, ਪਤਾ ਨਹੀਂ ਹੁਣ ਮੁਗਲਾਈ ਸੂਟ ਕਹਿੰਦੇ ਨੇ ਸ਼ਾਇਦ, ਪਤਾ ਨਹੀਂ। ਮਤਲਬ ਹੱਦ ਹੀ ਹੈ ਸਾਡੀ, ਕੋਈ ਕਸਰ ਛੱਡਣੀ ਨਹੀਂ ਜਿਹੜੀ ਅਸੀਂ ਨਕਲ ਨਾ ਕਰਨੀ ਹੋਵੇ। ਵੀ ਉਹਨਾਂ ਦੀ ਤੇ ਕੋਈ ਧਾਰਮਿਕ ਕੋਈ ਮਰਿਆਦਾ ਹੈ ਤੇ ਸਾਡੀ ਕਾਹਦੀ ਮਰਿਆਦਾ ਹੈ ਭਾਈ। ਅਸੀਂ ਐਵੇਂ ਗਿੱਟੇ ਨੰਗੇ ਕਰ ਕਰ ਵਿਖਾਈ ਜਾਂਦੇ ਇੱਕ ਦੂਸਰੇ ਨੂੰ। ਮੈਂ ਫਿਰ ਬੇਨਤੀ ਕਰਾਂ, ਜਿਹੜੀ ਸਾਡੀ ਹਿੰਦੁਸਤਾਨ ਦੀ ਜਿਹੜੀ ਟ੍ਰੈਡੀਸ਼ਨ ਹੈ ਉਹਦੇ ਵਿੱਚ ਬਹੁਤ ਵੱਡਾ ਪਰਦਾ ਹੈ। ਸਾਡੇ ਵਿੱਚ ਸਾਦਗੀ ਹੈ, ਬੜੀ ਅਮੀਰ ਸੰਸਕ੍ਰਿਤੀ ਹੈ ਹਿੰਦੁਸਤਾਨ ਦੀ। ਜੇ ਤੁਸੀਂ ਇਹਨੂੰ ਸੰਭਾਲ ਸਕੋ ਤਾਂ, ਅਗਰ ਅਸੀਂ ਅੱਜ ਵੀ ਅਸਲ ਹਿੰਦੁਸਤਾਨੀ ਬਣ ਜਾਈਏ ਤੇ ਇੱਥੇ ਬਿਰਧ ਆਸ਼ਰਮ ਨਹੀਂ ਬਣ ਸਕਦੇ, ਓਲਡ ਹੋਮ ਨਹੀਂ ਬਣ ਸਕਦੇ। ਇੱਥੇ ਸਰਵਣ ਪੁੱਤਰ ਦੀ ਪੂਜਾ ਹੁੰਦੀ ਹੈ। ਇੱਥੇ ਪੁੱਤਰ ਨੂੰ ਜੰਮਦੇ ਨੂੰ ਕਿਹਾ ਜਾਂਦਾ ਵੀ ਤੂੰ ਸਰਵਣ ਬਣਨਾ ਹੈ। ਜੇ ਸਾਡੀਆਂ ਅੱਖਾਂ ਵੀ ਚਲੀਆਂ ਗਈਆਂ, ਜੇ ਅਸੀਂ ਤੁਰਨ ਫਿਰਨ ਤੋਂ ਵੀ ਅਸਮਰੱਥ ਹੋਏ ਤੇ ਤਾਂ ਵੀ ਸਾਡੀ ਵੰਝਲੀ ਚੁੱਕ ਕੇ ਤੂੰ ਤੀਰਥਾਂ ਦੀ ਯਾਤਰਾ ਕਰਾਉਣੀ ਹੈ। ਸਾਡਾ ਤੇ ਪਾਠ ਹੀ ਹੈ। ਸਾਡਾ ਪਾਠ ਇਹ ਨਹੀਂ ਵੀ ਪੁੱਤਰ ਜਦੋਂ ਅਸੀਂ ਇੱਦਾਂ ਦੇ ਹੋ ਜਾਈਏ ਤੇ ਸਾਨੂੰ ਓਲਡ ਹੋਮ ਛੱਡ ਆਵੀਂ। ਇਹ ਸਾਡਾ ਪਾਠ ਨਹੀਂ ਹੈ। ਪਤਾ ਨਹੀਂ ਕਿੱਥੋਂ ਕਿਤਾਬਾਂ ਆਈਆਂ ਤੇ ਕਿਹੜੀਆਂ ਪੜ੍ਹ ਲਈਆਂ ਸੀ। ਸਾਡੇ ਕਿਸੇ ਧਰਮ ਗ੍ਰੰਥ ਵਿੱਚ ਇਹ ਪਾਠ ਨਹੀਂ ਹੈਗਾ। ਇੱਥੇ ਗੁਰਦੇਵ ਮਾਤਾ, ਗੁਰਦੇਵ ਪਿਤਾ। ਈਵਨ ਇਸਲਾਮ ਦੇ ਵਿੱਚ ਵੀ ਦੇਖੋ, ਅਸੀਂ ਨਾ ਕੁਛ ਗੱਲਾਂ ਤੋਂ ਮੈਨੂੰ ਇਦਾਂ ਲੱਗਦਾ ਵੀ ਅਸੀਂ ਨਾ ਉਦਾਂ ਹੀ ਸੜੇ ਪਏ ਆ। ਕੋਈ ਗੱਲਾਂ ਮੈਂ ਤੁਹਾਡੇ ਬਾਰੇ ਸੁਣੀਆਂ, ਕੋਈ ਮੇਰੇ ਬਾਰੇ ਸੁਣ ਲਈਆਂ, ਬਾ ਉਦਾਂ ਹੀ ਅਸੀਂ ਆਪਣਾ ਮਨ ਬਣਾ ਲਿਆ। ਇੱਕ ਵਾਰੀ ਇਹ ਗੱਲ ਸੁਰਾਜਲ ਹਸਨ ਸਾਹਿਬ ਹੈਦਰਾਬਾਦ ਦੇ ਰਹਿਣ ਵਾਲੇ ਸੀ। ਉਹ ਇੱਥੇ ਇੱਕ ਬੜੀ ਵੱਡੀ ਜਮਾਤ ਹੈ ਮੁਸਲਮਾਨਾਂ ਦੀ, ਉਹਦੇ ਸਦਰ ਸੀ, ਪ੍ਰਧਾਨ ਸੀ ਉਹ। ਉਹਨਾਂ ਨੇ ਸਾਨੂੰ ਸਾਰੇ ਗ੍ਰੰਥੀ ਸਿੰਘਾਂ ਨੂੰ, ਹੈੱਡ ਗ੍ਰੰਥੀਆਂ ਨੂੰ, ਕਮੇਟੀ ਨੂੰ ਬੁਲਾਇਆ। ਇਹ ਗੱਲ ਸਨ 2000 ਦੀ ਹੈ। ਅਸੀਂ ਗਏ ਉਹਨਾਂ ਦੇ ਮਰਕਜ਼ ਤੇ, ਉਹਨਾਂ ਨੇ ਸਾਨੂੰ ਰੋਟੀ ਵੀ ਖਵਾਈ ਔਰ ਨਾਲੇ ਗੱਲ ਕਹੀ, ਕਹਿੰਦੇ ਅੱਜ ਅਸੀਂ
ਸਿਰਫ ਇਸ ਕਰਕੇ ਆਪ ਨਹੀਂ ਬਣਾਈ ਕਿ ਤੁਹਾਡੇ ਮਨ 'ਚ ਨਾ ਆਵੇ। ਅਸੀਂ ਤੁਹਾਡੇ ਨਾਲ ਬੈਠ ਕੇ ਅੱਜ ਟੋਟਲ ਵੈਜੀਟੇਰੀਅਨ ਖਾਣਾ ਬਣਾਇਆ ਹੈ, ਕਿਉਂਕਿ ਸਾਨੂੰ ਪਤਾ ਵੀ ਤੁਸੀਂ ਕੁੱਠਾ ਨਹੀਂ ਖਾਂਦੇ, ਹਲਾਲ ਨਹੀਂ ਖਾਂਦੇ। ਇਸ ਕਰਕੇ ਅਸੀਂ ਅੱਜ ਬਿਲਕੁਲ ਜਿਹੜੀ ਰੋਟੀ ਹੈ ਉਹ ਤੁਹਾਡੇ ਮਰਿਆਦਾ ਦੇ ਅਨੁਸਾਰ ਬਣਾਈ ਹੈ। ਉਹ ਇਹ ਗੱਲ ਉਹਨੇ ਬੜੀ ਵਧੀਆ ਕਹੀ। ਉਹ ਕਹਿਣ ਲੱਗੇ ਵੀ ਤੁਸੀਂ ਔਰੰਗਜ਼ੇਬ ਨੂੰ ਅੱਗੇ ਰੱਖ ਕੇ ਤੁਸੀਂ ਇਸਲਾਮ ਦੇ ਵਿਰੁੱਧ ਹੋ ਗਏ। ਕਹਿੰਦੇ ਠੀਕ ਹੈ ਗੱਲ। ਅਸੀਂ ਕਿਹਾ ਜੀ ਬਿਲਕੁਲ ਠੀਕ ਹੈ। ਸਭ ਤੋਂ ਵੱਧ ਜ਼ੁਲਮ ਸਿੱਖਾਂ ਤੇ ਔਰੰਗਜ਼ੇਬ ਨੇ ਕੀਤੇ ਨੇ। ਤੇ ਉਹ ਕਹਿੰਦਾ ਵੀ ਔਰੰਗਜ਼ੇਬ ਨੇ ਜ਼ੁਲਮ ਆਪਣੇ ਪਿਓ ਤੇ ਨਹੀਂ ਕੀਤੇ। ਅਸੀਂ ਕਿਹਾ ਜੀ ਕੀਤੇ ਨੇ। ਉਹਨੇ ਆਪਣੀ ਮਾਂ ਤੇ ਨਹੀਂ ਕੀਤੇ ਨੇ। ਕਿ ਉਹਨੇ ਆਪਣੇ ਭਰਾਵਾਂ ਤੇ ਨਹੀਂ ਕੀਤੇ? ਅਸੀਂ ਕਿਹਾ ਜੀ ਕੀਤੇ ਨੇ। ਕਿ ਉਹਨੇ ਆਪਣੀਆਂ ਭੈਣਾਂ ਤੇ ਨਹੀਂ ਕੀਤੇ ਨੇ। ਕਿ ਉਹਨੇ ਜਿਹੜੇ ਮੁਸਲਮਾਨ ਜਿਹੜੇ ਸੂਫੀ ਸੰਤ ਸੀ ਉਹ ਨਹੀਂ ਮਾਰੇ? ਉਹਨਾਂ ਨੇ ਸਰਮਦ ਵਰਗੇ ਮਾਰੇ ਨੇ ਜੀ। ਕਹਿੰਦਾ ਵੀ ਤੁਹਾਨੂੰ ਇਕੱਲਿਆਂ ਨੂੰ ਗੁੱਸਾ ਕਾਹਦਾ ਹੈ? ਉਹ ਮੁਸਲਮਾਨ ਨਹੀਂ ਸੀ, ਉਹ ਇੱਕ ਖੂੰਖਾਰ ਰਾਜਾ ਸੀ। ਹੁਣ ਇੱਕ ਰਾਜੇ ਨੂੰ ਸਾਹਮਣੇ ਰੱਖ ਕੇ ਕਹਿੰਦੇ ਤੁਸੀਂ ਇਸਲਾਮ ਦੀ ਤਸਵੀਰ ਬਣਾ ਦਿੱਤੀ ਵੀ ਸ਼ਾਇਦ ਸਾਰੇ ਮੁਸਲਮਾਨ ਹੀ ਇੱਦਾਂ ਦੇ ਹੁੰਦੇ ਨੇ। ਮੈਂ ਪਹਿਲੀ ਵਾਰੀ ਉਹਦੇ ਕੋਲ ਇਹ ਸ਼ਬਦ ਸੁਣਿਆ ਸੀ ਔਰ ਮੈਨੂੰ ਬੜਾ ਅਪੀਲ ਕੀਤਾ। ਉਹ ਕਹਿੰਦਾ ਮੁਸਲਮਾਨ ਵਿੱਚ ਤੇ ਇਸਲਾਮ ਵਿੱਚ ਫਰਕ ਹੈ। ਮੁਸਲਮਾਨ ਗਲਤ ਹੋ ਸਕਦਾ ਹੈ, ਇਸਲਾਮ ਨਹੀਂ। ਉੱਥੋਂ ਫਿਰ ਮੈਨੂੰ ਵੀ ਗੱਲ ਸਮਝ ਆਈ। ਮੈਂ ਕਿਹਾ ਗੱਲ ਤੇ ਠੀਕ ਹੈ, ਸਿੱਖੀ ਗਲਤ ਨਹੀਂ ਹੋ ਸਕਦੀ, ਸਿੱਖ ਗਲਤ ਹੋ ਸਕਦਾ ਹੈ। ਮਤਲਬ ਜੇ ਕੋਈ ਗਲਤੀ ਇੱਥੇ ਜਿਵੇਂ ਹੁਣ ਗੁਰਦੁਆਰੇ ਵਿੱਚ ਕੋਈ ਗੱਲ ਹੁੰਦੀ ਹੈ ਤਾਂ ਮੇਰੀ ਗਲਤੀ ਹੋ ਸਕਦੀ, ਮੈਂ ਗ੍ਰੰਥੀ ਹਾਂ। ਗੁਰਦੁਆਰੇ ਦੀ ਮਰਿਆਦਾ ਤੇ ਗਲਤ ਨਹੀਂ ਹੋ ਸਕਦੀ ਨਾ, ਸਿਧਾਂਤ ਥੋੜਾ ਗਲਤ ਹੋ ਜਾਏਗਾ। ਇਹ ਪਹਿਲੀ ਵਾਰੀ ਮੈਂ ਉਹਦੇ ਮੂੰਹ ਤੋਂ ਸੁਣਿਆ ਸੀ। ਉਹ ਕਹਿੰਦਾ ਸੀ ਮੁਸਲਮਾਨ ਗਲਤ ਹੋ ਸਕਦਾ ਹੈ, ਇਸਲਾਮ ਗਲਤ ਨਹੀਂ ਹੋ ਸਕਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਪਿਤਾ ਮਹਾਰਾਜ ਨੇ ਕਿਹਾ ਵੀ ਮਰਦਾਨਿਆ ਗੱਲ ਇਹ ਵੀ ਇਹਨਾਂ ਨੇ ਗੱਲ ਛੁਪਾ ਕੇ ਰੱਖੀ ਹੋਈ ਹੈ। ਹੁਣ ਕੋਈ ਚਰਚਾ ਵੀ ਨਹੀਂ ਕਰਦਾ ਵੀ ਲਵਾ ਕਿਉਂ ਕੱਢਦੇ ਹੋ, ਤੁਸੀਂ ਪਜਾਮਾ ਗਿੱਟਿਆਂ ਤੋਂ ਉੱਪਰ ਕਿਉਂ ਬੰਨ੍ਹਦੇ ਹੋ, ਛਾਤੀ ਦੇ ਵਾਲ ਕਿਉਂ ਕੱਟਦੇ ਹੋ, ਸੂਰ ਨੂੰ ਨਫ਼ਰਤ ਕਿਉਂ ਕਰਦੇ ਹੋ, ਕਾਬੇ ਵਿੱਚ ਜਾ ਕੇ ਜਿਹੜਾ ਉਹ ਸੰਗੇ ਅਸਦਾ ਹੈ ਤੁਸੀਂ ਉਹਦਾ ਜਾ ਕੇ ਚੁੰਮਣ ਕਿਉਂ ਕਰਦੇ ਹੋ? ਕਿ ਉਹ ਪੱਥਰ ਨਹੀਂ? ਮੰਦਿਰ 'ਚ ਮੂਰਤੀ ਪੱਥਰ ਦੀ ਹੋਵੇ ਤੇ ਤੋੜ ਦਿੰਦੇ ਹੋ ਤੁਸੀਂ। ਮੈਂ ਤਾਂ ਕਈ ਵਾਰੀ ਬੇਨਤੀ ਕੀਤੀ ਵੀ ਮੁਸਲਮਾਨਾਂ 'ਚ ਵੇਖੋ ਵੀ ਜੇ ਤੇ ਇਸਤਰੀ ਦੀ ਗੱਲ ਕਰੀਏ ਤੇ ਕਹਿੰਦਾ ਵਿਆਹ ਲਈ 4 ਚਾਹੀਦੀਆਂ ਨੇ, ਤੇ ਜਦੋਂ ਉਸੇ ਇਸਤਰੀ ਨੂੰ ਕਹੀਏ ਵੀ ਇਹ ਮਾਂ ਹੈ ਕਹਿੰਦਾ ਇਹਦੇ ਪੈਰਾਂ 'ਚ ਜੰਨਤ ਹੈ। ਪੁੱਛੋ ਵੀ ਜਦੋਂ ਇਹ ਮਾਂ ਨਹੀਂ ਬਣੀ ਉਦੋਂ ਪਹਿਲਾਂ ਜੰਨਤ ਹੈ ਨਹੀਂ ਸੀ ਇਹਦੇ ਪੈਰਾਂ 'ਚ? ਕੋਈ ਨਵੀਂ ਆ ਕੇ ਥੱਲੇ ਵੜ ਗਈ ਹੈ? ਮੁਸਲਮਾਨ ਲੜਕੀ ਹੈ ਤੇ ਕਹਿੰਦਾ ਜੀ ਇਹ 4 ਚਾਹੀਦੀਆਂ ਨੇ ਮੈਨੂੰ ਇਕੱਲੇ ਨੂੰ, ਮੈਂ ਵਿਆਹ ਕਰਨਾ ਚਾਹੁੰ ਨਾਲ। ਪਰ ਜਦੋਂ ਮਾਂ ਕਹਿੰਦਾ ਹੈ ਉਦੋਂ ਕਹਿੰਦਾ ਜੀ ਜੰਨਤ ਹੀ ਇਹਦੇ ਪੈਰਾਂ 'ਚ। ਇਸਲਾਮ ਵਾਲੇ ਸਭ ਤੋਂ ਵੱਧ ਰੋਂਦੇ ਨੇ ਆਪਣੀ ਮਾਂ ਨੂੰ। ਹੁਣ ਇਹ ਗੱਲਾਂ ਅਸੀਂ ਕਦੇ ਨਹੀਂ ਕਰਾਂਗੇ ਆਪਸ ਵਿੱਚ ਬੈਠ ਕੇ, ਕਰਦੇ ਨਹੀਂ ਅਸੀਂ। ਚਾਹੀਦਾ ਇਹੀ ਹੈ ਕਿ ਜੇ ਅਸੀਂ ਸਿੱਖ ਵੀ ਆਪਸ ਵਿੱਚ ਬੈਠੀਏ ਤੇ ਸਿੱਖੀ ਦੀਆਂ ਗੱਲਾਂ ਕਰੀਏ ਵੀ ਸਿੱਖੀ 'ਚ ਇਹ ਕਿਉਂ ਹੈ, ਇਹ ਕਿਉਂ ਹੈ, ਇਹ ਕਿ ਇੱਦਾਂ ਕਿਉਂ ਨਹੀਂ ਜਾਂ ਇੱਦਾਂ ਕਿਉਂ ਹੈ। ਉਹ ਕਰਨ ਲੱਗਦੇ ਆਪਾਂ ਲੜ ਪੈਂਦੇ। ਫਿਰ ਆਪਾਂ ਹੁਕਮ ਇਹੀ ਸੀਗਾ ਕਿ ਗੁਰਮੁਖ ਬੈਸੋ ਸਫਾ ਵਿਛਾਏ, ਹਰ ਨਾਮੇ ਕੇ ਹੋਵੋ ਜੋੜੀ। ਇੱਥੇ ਸਫਾ ਵਿਛਾ ਕੇ ਬਹਿਣਾ ਸੀ। ਇੱਥੇ ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈ ਹੈ। ਇਹ ਗੱਲਾਂ ਇੱਥੇ ਬੈਠ ਕੇ ਕਰਨੀਆਂ ਸੀ। ਅੱਜ ਸਮਾਂ ਸਮਾਪਤ ਹੈ। ਸਤਿਗੁਰੂ ਕਿਰਪਾ ਕਰਨ ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।